ਹਨੀ ਵਾਲੀਆ ਸ਼ੋਜ਼ ਦੇ ਵਿੱਚ ਤੁਹਾਡਾ ਸਵਾਗਤ ਦੋਸਤੋ। ਜਿੱਦਾਂ ਤੁਹਾਨੂੰ ਪਤਾ ਹੈ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖਰੇ ਐਕਸਪਰਟਸ ਨੂੰ ਅਸੀਂ ਇਨਵਾਈਟ ਕਰਦੇ ਹਾਂ, ਜਿਹੜੇ ਕਿ ਤੁਹਾਨੂੰ ਕਿਸੇ ਨਾ ਕਿਸੇ ਫੀਲਡ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਆ। ਸਾਡੇ ਇਹਨਾਂ ਸ਼ੋਜ਼ ਦੇ ਵਿੱਚ ਰੀਅਲ ਏਸਟੇਟ ਗੁਰੂ ਦੀ ਗੱਲ ਕਰੀਏ ਤਾਂ ਪ੍ਰਾਪਰਟੀ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਸ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਲਈ ਜਾਵੇ, ਉਸ ਦੇ ਵਿੱਚ ਤੁਸੀਂ ਲੋਨ ਕਿੱਦਾਂ ਲੈਣਾ ਹੈਗਾ। ਉਸ ਤੋਂ ਇਲਾਵਾ ਘਰ ਨੂੰ ਲੈ ਕੇ ਜਾਂ ਕਮਰਸ਼ੀਅਲ ਪ੍ਰਾਪਰਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਆਉਂਦਾ, ਉਹਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਹੈਗੀ ਜਾਣਕਾਰੀ ਦਿੰਦੇ। ਇਸ ਤੋਂ ਇਲਾਵਾ ਸੱਤ ਸਮੁੰਦਰੋਂ ਪਾਰ ਪ੍ਰੋਗਰਾਮ ਹੈ, ਉਹਦੇ ਵਿੱਚ ਤੁਹਾਨੂੰ ਅਸੀਂ ਜਿਹੜੀ ਹੈਗੀ ਹਰ ਇੱਕ ਤਰ੍ਹਾਂ ਦੇ ਵੀਜ਼ਾਸ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹਾਂ। ਤੇ ਅੱਜ ਦੇ ਸ਼ੋਅ ਦੇ ਵਿੱਚ ਅੱਜ ਦਾ ਜਿਹੜਾ ਸ਼ੋਅ ਇੱਕ ਖਾਸ ਹੈਗਾ ਸਾਨੂੰ ਜਿਹੜੇ ਆਪਾਂ ਗੱਲ ਕਰਦੇ ਹਾਂ ਟੈਕਸਿਸ ਨੂੰ ਲੈ ਕੇ, ਜਿਹੜੇ ਅਸੀਂ ਟੈਕਸ ਪੇ ਕਰਦੇ ਹਾਂ ਜਾਂ ਜਿਹਨੂੰ ਅਸੀਂ ਅਕਾਊਂਟਿੰਗ ਦਾ ਕੰਮ ਕਹਿ ਦਿੰਦੇ ਹਾਂ, ਜਾਂ ਫਿਰ ਜਿਹੜੇ ਅਸੀਂ ਸਾਨੂੰ ਜਿਹੜੀ ਟੈਕਸ ਵਾਪਸ ਆਉਂਦਾ ਜਾਂ ਅਸੀਂ ਟੈਕਸ ਭਰਦੇ ਹਾਂ ਜੇ ਕਿਸੇ ਨੇ ਜੋਬ ਕਰਨੀ ਹੈ ਜਾਂ ਫਿਰ ਜੋਬ ਕਰਦੇ ਨੇ, ਜਾਂ ਕਿਸੇ ਨੇ ਇਨਕਮ ਟੈਕਸ ਜਿਹੜੀ ਹੈਗੀ ਇੱਥੇ ਦੀ ਰਿਟਰਨਸ ਕਰਨੀਆਂ ਨੇ, GST ਰਿਟਰਨ ਭਰਨੀਆਂ ਨੇ, ਤਾਂ ਉਹਦੇ ਲਈ ਅਸੀਂ ਇੱਥੇ ਜਿਹੜੇ ਇੱਕ ਕਾਫੀ ਫੇਮਸ ਅਕਾਊਂਟੈਂਟ ਨੇ ਮਿਸਟਰ ਨਰਿੰਦਰ ਕੁਮਾਰ ਜੀ, ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਇਨਵਾਈਟ ਕੀਤਾ, ਜਿਹੜੇ ਕਿ ਤੁਹਾਨੂੰ ਅੱਜ ਟੈਕਸ ਦੇ ਉੱਤੇ ਜਿਹੜੀ ਹੈਗੀ ਜਾਣਕਾਰੀ ਦੇਣਗੇ। ਤਾਂ ਨਰਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਨੀ ਭਾਈ, ਤੁਹਾਨੂੰ ਵੀ ਤੇ ਸਾਰੇ ਦੇਖਣ ਵਾਲੇ ਵਿਊਜ਼ ਨੂੰ ਵੀ ਆਪਣਾ ਸ਼ੋਅ ਜੀ। ਤਾਂ ਨਰਿੰਦਰ ਜੀ, ਸਭ ਤੋਂ ਪਹਿਲਾਂ ਤਾਂ ਇੱਕ ਅਗਰ ਆਪਾਂ ਗੱਲ ਕਰੀਏ, ਅਸੀਂ ਕੈਨੇਡਾ ਦੀ ਗੱਲ ਕਰੀਏ, ਅਕਾਊਂਟੈਂਸੀ ਦਾ ਕਿੱਡੀ ਕੁ ਬੜੀ ਮਹੱਤਤਾ ਹੈਗੀ ਹੈ। ਜੇਕਰ ਤੁਹਾਡੀ ਜਿਹੜੀ ਸਰਵਿਸਿਜ਼ ਹੁੰਦੀਆਂ ਨੇ, ਜਿਹੜੀ ਟੈਕਸਿਸ ਨੂੰ ਲੈ ਕੇ ਜਿਹੜੀ ਸਭ ਤੋਂ ਜ਼ਿਆਦਾ ਸਰਵਿਸਿਜ਼ ਹੁੰਦੀਆਂ ਨੇ, ਤਾਂ ਟੈਕਸ ਇੱਥੇ ਕਿੱਡੀ ਕੁ ਮਹੱਤਤਾ ਰੱਖਦਾ ਹੈਗਾ? ਟੈਕਸ ਦੀ ਕੀ ਵੈਰਾਈਟੀ ਹੈ? ਹਾਂਜੀ ਬਿਲਕੁਲ ਜੀ, ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਜੀ। ਤੇ ਟੈਕਸਿਸ ਦੇ ਵਿੱਚ ਇੱਕ ਤਰ੍ਹਾਂ ਦੇ ਆਪਣੇ ਕਾਰਪੋਰੇਸ਼ਨ ਟੈਕਸਿਸ ਹੁੰਦੇ ਨੇ ਜੀ, ਪਰਸਨ ਟੈਕਸਿਸ ਨੇ ਜੀ, ਤੇ ਆਪਣੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਜੀ, ਤੇ ਇਸ ਤਰ੍ਹਾਂ ਦੇ ਟੈਕਸਿਸ ਦੀਆਂ ਆਪਣੇ ਵੈਰਾਈਟੀਜ਼ ਹੈਗੀਆਂ ਨੇ ਜੀ। ਤੇ ਇਹਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਆਪਣੇ ਟੈਕਸਿਸ ਦੀ, ਹਰ ਚੀਜ਼ ਦੇ ਵਿੱਚ ਹੀ। ਮਤਲਬ ਕਿ ਤੁਹਾਨੂੰ ਕੋਈ ਵੀ ਡਾਕੂਮੈਂਟੇਸ਼ਨ ਹੈ ਜੀ, ਤੁਸੀਂ ਮੋਰਗੇਜ ਦੇ ਸੰਬੰਧੀ ਕਰਦੇ ਹੋ ਜੀ, ਇਨਕਮ ਤੋਂ ਰਿਲੇਟਿਡ ਤੁਹਾਡਾ ਟੈਕਸਿਸ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈਗਾ ਜੀ। ਤੁਸੀਂ ਕੱਲ੍ਹ ਨੂੰ ਕੁਛ ਆਪਣੇ ਸਪੋਂਸਰਸ਼ਿਪ ਕਰਦੇ ਹੋ ਇੰਡੀਆ ਦੇ ਵਿੱਚ, ਇਨਕਮ ਤੁਹਾਨੂੰ ਚਾਹੀਦੀ ਹੈਗੀ, ਉਹਦੇ ਵਿੱਚ ਵੀ ਟੈਕਸਿਸ ਜਿਹੜੇ ਆ ਬਹੁਤ ਸਾਰਾ ਜਿਹੜੀ ਇੱਕ ਇੰਪੋਰਟੈਂਸ ਰੋਲ ਪਲੇ ਕਰਦੇ ਨੇ ਜੀ। ਟੈਕਸਿਸ ਕੀ ਜਿਹੜੀ ਹੈਗੀ ਅਲੱਗ-ਅਲੱਗ ਤਰ੍ਹਾਂ ਦੇ ਟੈਕਸਿਸ ਹੁੰਦੇ ਨੇ। ਅਗਰ ਆਪਾਂ ਗੱਲ ਕਰੀਏ ਆਮ ਜਿਹੜੇ ਹੈਗੇ ਨੇ ਸਾਡੇ ਜਿਹੜੇ ਦਰਸ਼ਕ ਨੇ, ਜਿਵੇਂ ਕਈ ਜੌਬਸ ਕਰ ਰਹੇ ਨੇ, ਛੋਟੀ ਮੋਟੀ ਜੌਬਸ ਕਰਦੇ ਨੇ ਜਾਂ ਵੱਡੀ ਜੌਬਸ ਕਰਦੇ ਨੇ, ਉਹਨਾਂ ਦੇ ਵਿੱਚ ਇੱਥੇ ਅਗਰ ਉਹ ਟੈਕਸ ਭਰਾਉਣ ਦੀ ਹੁੰਦੀ ਹੈ ਗੱਲ, ਤਾਂ ਇੱਕ ਅਕਾਊਂਟੈਂਟ ਦੀ ਕਿੰਨੀ ਕੁ ਮਹੱਤਤਾ ਹੈਗੀ? ਤੁਹਾਡੀ ਜਿਹੜੀ ਸਰਵਿਸਿਜ਼ ਹੁੰਦੀਆਂ ਨੇ, ਹੁਣ ਇੱਥੇ ਮੈਂ ਦੇਖਿਆ ਆਮ ਤੌਰ 'ਤੇ ਕਾਫੀ ਲੋਕੀ ਜਾਂਦੇ ਨੇ ਕਿ ਆਪਣਾ ਆਨਲਾਈਨ ਜਾਓ ਜਾਂ ਟੈਕਸ ਪੇ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਹੈ, ਆਨਲਾਈਨ ਜਾਓ ਤੇ ਟੈਕਸ ਪੇ ਕਰ ਦਿਓ, ਠੀਕ ਹੈ। ਲੇਕਿਨ ਇੱਕ ਤੁਹਾਡੀ ਜਿਹੜੀ ਐਕਸਪਰਟੀਜ਼ ਹੈ, ਤੁਹਾਡਾ ਜਿਹੜਾ ਇੱਕ ਅਕਾਊਂਟੈਂਟ ਦੀ ਜਿਹੜੀ ਸਰਵਿਸਿਜ਼ ਨੇ ਕਿੱਡੀ ਕੁ ਮਹੱਤਤਾ ਰੱਖਦੀਆਂ ਨੇ? ਤੁਹਾਡੀ ਸਰਵਿਸਿਜ਼ ਕਿਉਂ ਲੈਣੀਆਂ ਚਾਹੀਦੀਆਂ ਨੇ? ਦੇਖੋ, ਪਹਿਲਾਂ ਤਾਂ ਇਹਦੇ ਵਿੱਚ ਜੀ ਫਸਟ ਥਿੰਗ ਇਹ ਹੈਗੀ ਹੈ ਕਿ ਜਦੋਂ ਕੁਛ ਲੋਕ ਆਪ ਟਰਾਈ ਕਰਦੇ ਨੇ ਟੈਕਸ ਪਾਉਣ ਦੀ ਵਿੱਚ ਜੀ, ਉਹਦੇ ਵਿੱਚ ਕੁਛ ਜਿਹੜੇ ਸੌਫਟਵੇਅਰਸ ਨੇ ਉਹ ਫ੍ਰੀ ਗਵਰਨਮੈਂਟ ਵੱਲੋਂ ਅਪਲੋਡ ਹੁੰਦੇ ਆ ਆਨਲਾਈਨ ਜੀ, ਉਹਨਾਂ ਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਨਹੀਂ ਹੈਗੀਆਂ ਜੀ। ਤੇ ਉਹ ਜਦੋਂ ਟਰਾਈ ਕਰਦੇ ਨੇ ਐਂਡ ਸਮ ਟਾਈਮ ਉਹਨਾਂ ਨੂੰ ਪੂਰੀ ਤਰ੍ਹਾਂ ਨੌਲੇਜ ਨਹੀਂ ਹੁੰਦੀ ਕਿ ਉਹਦੇ ਵਿੱਚੋਂ ਕੀ ਜਿਹੜੀਆਂ ਡਿਡਕਸ਼ਨਸ ਹੈ ਉਹ ਲੈ ਸਕਦੇ ਨੇ ਜੀ। ਸੋ ਇੱਕ ਉਹਨਾਂ ਨੂੰ ਜੇਕਰ ਉਹ ਪ੍ਰੋਫੈਸ਼ਨਲ ਅਕਾਊਂਟੈਂਟ ਤੋਂ ਜਾਂਦੇ ਨੇ ਤਾਂ ਡੈਫੀਨੇਟਲੀ ਉਹਨਾਂ ਨੂੰ ਐਡਵਾਈਸ ਕਰਦੇ ਨੇ ਤੇ ਉਹਨਾਂ ਨੂੰ ਟੈਕਸ ਡਿਡਕਸ਼ਨ ਦੇ ਵਿੱਚ ਉਹਦੀ ਹੈਲਪ ਮਿਲਦੀ ਹੈਗੀ ਆ ਜੀ। ਔਰ ਦੂਜੀ ਚੀਜ਼ ਆ, ਉਹਨਾਂ ਨੂੰ ਨੈਕਸਟ ਈਅਰ ਹੈਡ ਆਫ ਟਾਈਮ 1 ਸਾਲ ਦੀ ਉਹ ਪ੍ਰੋਪਰ ਪਲੈਨਿੰਗ ਵੀ ਕਰਦੇ ਆ ਜੀ। ਸੋ ਉਹਨਾਂ ਨੂੰ ਐਡਵਾਈਸ ਕਰਦੇ ਨੇ ਵੀ ਕਿਸ ਤਰ੍ਹਾਂ ਤੁਸੀਂ ਇਨਕਮ ਦੇ ਵਿੱਚ ਡਿਡਕਸ਼ਨਸ ਲੈ ਸਕਦੇ ਹੋ ਤੇ ਆਪਣੇ ਕੈਸ਼ ਫਲੋ ਨੂੰ ਕਿਵੇਂ ਤੁਸੀਂ ਆਪਣਾ ਇਨਕਰੀਜ਼ ਕਰ ਸਕਦੇ ਹੋ ਜੀ, ਤੇ ਕਿਸ ਤਰ੍ਹਾਂ ਤੁਸੀਂ ਮਤਲਬ ਇੱਥੇ ਦੇ ਐਡਵਾਂਟੇਜ ਲੈ ਸਕਦੇ ਆ ਜੀ। ਬਿਲਕੁਲ। ਅੱਛਾ, ਇਹ ਟੈਕਸਿਸ ਨੇ ਜਿਹੜੇ ਹੁਣ ਇੱਕ ਆਮ ਜਿਹੜਾ ਇੱਥੇ ਹੈਗੇ ਨੇ, ਜਿਵੇਂ ਫੈਮਿਲੀਜ਼ ਇੱਥੇ ਜਿਹੜੀਆਂ ਰਹਿ ਰਹੀਆਂ ਨੇ, ਅੱਛਾ ਟੈਕਸ ਦੀ ਕੀ ਮਹੱਤਤਾ ਹੈਗੀ ਇੱਥੇ ਕਿ ਇੱਕ ਜਿਹੜਾ ਇੰਡੀਵਿਜੂਅਲ ਹੈ, ਇੱਕ ਫੈਮਿਲੀ ਹੈ, ਇੱਕ ਬੰਦਾ ਇੱਕ ਕਿਸੇ ਜਗ੍ਹਾ ਜੌਬ ਕਰਦਾ ਹੈ, ਤਾਂ ਉਹਨੇ ਟੈਕਸ ਕਿੱਦਾਂ ਪੇ ਕਰਨਾ ਹੈਗਾ? ਉਹਦੀ ਕੀ ਫਾਰਮੈਲਿਟੀਜ਼ ਹੁੰਦੀਆਂ ਨੇ? ਲਾਈਕ ਵੀ ਮੈਂ ਕਿਤੇ ਅਗਰ ਜੌਬ ਕਰ ਰਿਹਾ ਤਾਂ ਮੇਰੀ ਜਿਹੜੀ ਟੈਕਸ ਹੈਗਾ, ਇੱਕ ਤਾਂ ਮੇਰਾ ਐਮਪਲੋਇਰ ਵੀ ਮੈਨੂੰ ਲੱਗਦਾ ਪੇ ਕਰਦਾ, ਉਸ ਤੋਂ ਇਲਾਵਾ ਵੀ ਮੇਰਾ ਵੀ ਜਿਹੜੀ ਹੈਗੀ ਹੈ ਐਨੂਅਲ ਟੈਕਸ ਜਾਏਗਾ ਜਾਂ ਫਿਰ ਮੰਥਲੀ ਟੈਕਸ ਜਾਏਗਾ। ਕਿਸ ਢੰਗ ਦੇ ਨਾਲ ਮੈਨੂੰ ਹੈਗਾ ਜਿਹੜਾ ਆਪਣੇ ਜਿਹੜੀ ਅਕਾਊਂਟਸ ਜਿਹੜੇ ਹੈਗੇ ਨੇ ਮੇਨਟੇਨ ਕਰਨੇ ਪੈਣਗੇ ਅਗਰ ਮੈਂ ਜੌਬ ਕਰਦਾ? ਪਹਿਲੀ ਗੱਲ ਹਾਂਜੀ, ਜੇਕਰ ਤੁਸੀਂ ਜੌਬ ਕਰਦੇ ਹੋ ਤਾਂ ਤੁਸੀਂ ਆਪਣੀ ਜਿਹੜੀ ਉਹ ਪਰਸਨਲ ਟੈਕਸ ਰਿਟਰਨ ਜਿਹੜੀ ਹੈ ਇੰਡੀਵਿਜੂਅਲ ਟੈਕਸ ਰਿਟਰਨ ਦੀ ਕੈਟੇਗਰੀ ਦੇ ਵਿੱਚ ਆਉਂਦੇ ਹੋ ਜੀ। ਤਾਂ ਉਹਦਾ ਬੇਸਿਕਲੀ ਆਪਣੇ ਜੀ ਜਨਵਰੀ ਟੂ ਦਸੰਬਰ ਦੇ ਕੈਲੰਡਰ ਈਅਰ ਚੱਲਦਾ ਹੈਗਾ ਜੀ। ਉਹਦੇ ਵਿੱਚ ਜਿੰਨੀ ਇਨਕਮ ਤੁਸੀਂ ਅਰਨ ਕਰਦੇ ਹੋ ਜਨਵਰੀ ਤੋਂ ਦਸੰਬਰ ਦੇ ਵਿੱਚ, ਉਹ ਤੁਹਾਨੂੰ ਸਾਲ ਦੇ ਐਂਡ ਦੇ ਵਿੱਚ ਫਿਰ ਉਹਦਾ ਤੁਹਾਨੂੰ ਟੈਕਸ ਫਾਈਲ ਕਰਨਾ ਪੈਂਦਾ ਜੀ। ਸੋ ਬੇਸਿਕਲੀ ਜਦੋਂ ਤੁਹਾਨੂੰ ਪੇ ਸਟੈਪ ਮਿਲੇਗਾ, ਤੁਹਾਨੂੰ ਡਿਪੈਂਡ ਕਰਦਾ ਜੀ ਤੁਸੀਂ ਕਿਸ ਕੰਪਨੀ 'ਚ ਕੰਮ ਕਰਦੇ ਹੋ ਜੀ। ਇਹਦੇ ਵਿੱਚ ਤੁਹਾਨੂੰ ਕੁਛ ਬਾਈ ਵੀਕਲੀ ਦੇਣਗੇ, ਕੁਛ ਤੁਹਾਨੂੰ ਮੰਥਲੀ ਦਿੰਦੇ ਆ, ਤੇ ਕੁਛ ਸੈਮੀ ਮੰਥਲੀ ਜਿਹੜੇ ਉਹਨਾਂ ਦਾ ਪੇ ਪੀਰੀਅਡ ਦਾ ਹਿਸਾਬ ਕਿਤਾਬ ਹੁੰਦਾ ਜੀ। ਤੇ ਉਹਦੇ ਵਿੱਚ ਟੈਕਨੀਕਲੀ ਤੁਹਾਡਾ ਟੈਕਸ ਜਿਹੜਾ ਆ ਉਹ ਨਾਲੋਂ ਨਾਲ ਕੱਟਿਆ ਜਾਂਦਾ, ਫੈਡਰਲ ਟੈਕਸਿਸ ਜੀ। ਔਰ ਇਹਦੇ ਵਿੱਚ ਤੁਸੀਂ ਇੱਕ ਕੋਈ ਕੁਐਸਚਨ ਪੁੱਛਿਆ ਸੀ ਕਿ ਉਹਦੇ ਵਿੱਚ ਕੀ ਇਹਦੇ ਡਿਡਕਸ਼ਨਸ ਨੇ ਜਿਹੜੇ ਤੁਹਾਡਾ ਐਮਪਲੋਇਰ ਵੀ ਪੇ ਕਰਦਾ ਡੈਫੀਨੇਟਲੀ,
ਸਮ ਟਾਈਮ ਬਹੁਤ ਸਾਰੇ ਸਾਡੇ ਕੋਲ ਵੀ ਹਰ ਸਾਲ ਜੋ ਟੈਕਸ ਭਰਾਉਣ ਆਉਂਦੇ ਨੇ, ਮੈਂ ਉਹਨਾਂ ਨੂੰ ਵੀ ਇਹ ਚੀਜ਼ ਗਾਈਡ ਕਰਦਾ ਜੀ। ਸੋ ਉਹਦੇ ਵਿੱਚ ਇੱਕ ਕੈਨੇਡਾ ਪੈਨਸ਼ਨ ਪਲਾਨ ਹੈਗਾ ਆ ਕਿ ਜਿਹਦੇ ਵਿੱਚ ਜਿੰਨਾ ਤੁਹਾਡੇ EMPLOYEES ਦੀ ਡਿਡਕਟਡ ਹੁੰਦੀ ਹੈ ਪੇ ਸਟਾਪ ਦੇ ਵਿੱਚੋਂ, ਉਨਾ ਹੀ EMPLOYER ਕੰਟਰੀਬਿਊਸ਼ਨ ਸੇਮ ਅਮਾਊਂਟ ਕਰਦੇ ਨੇ ਜੀ। ਇੱਕ ਆਉਂਦੀ ਹੈ EI ਜੀ, ਇੰਪਲੋਇਮੈਂਟ ਇੰਸ਼ੋਰੈਂਸ। ਸੋ ਜੀ। ਉਹ ਜਿੰਨੀ ਡਿਡਕਸ਼ਨ ਤੁਹਾਡੇ ਪੇ ਸਟਾਪ ਦੇ ਵਿੱਚੋਂ EI ਦੀ ਹੁੰਦੀ ਆ ਜੀ। ਉਹਦੀ 1.4 ਟਾਈਮਸ ਜਿਹੜੀ ਆ EMPLOYER ਜਿਹੜਾ ਕੰਟਰੀਬਿਊਸ਼ਨ ਕਰਕੇ CRA ਨੂੰ ਰਿਮਿਟ ਕਰਦੇ ਨੇ ਜੀ। ਔਰ ਉਹ ਜਿੰਨੀਆਂ ਡਿਡਕਸ਼ਨਸ ਹੁੰਦੀਆਂ ਨੇ EMPLOYER ਜਿਹੜੀ ਆ ਉਹਨਾਂ ਨੂੰ ਐਵਰੀ ਮੰਥ 15 ਆਫ ਐਵਰੀ ਮੰਥ ਜਿਹੜੀਆਂ 15 ਦਿਨ ਤੋਂ ਪਹਿਲਾਂ ਉਹਨਾਂ ਨੇ ਪੇ ਕਰਨੀਆਂ ਹੁੰਦੀਆਂ ਨੇ ਜੀ। ਸੋ ਇੰਡੀਵਿਜੂਅਲ ਦੇ ਵਿੱਚ ਜਨਰਲੀ ਤੁਸੀਂ ਕਾਫੀ ਹੱਦ ਤੱਕ ਟੈਕਸ ਪੇ ਵੀ ਕੀਤਾ ਹੁੰਦਾ ਤੇ ਕੁਝ ਲੋਕ ਇਹਨੂੰ ਨਾਲੋਂ ਨਾਲ ਇੰਸਟਾਲਮੈਂਟਸ ਨਾਲ ਵੀ ਪੇ ਕਰਦੇ ਨੇ, ਜਿਹਨਾਂ ਲੱਗਦਾ ਕਿ ਸ਼ਾਇਦ ਸਾਡਾ ਟੈਕਸ ਜਿਹੜਾ ਉਹ ਘੱਟ ਹੋ ਰਿਹਾ ਜੀ, ਜਾਂ ਸਾਨੂੰ ਐਂਡ ਆਫ ਦਾ ਡੇ ਇੱਕਦਮ ਇਕੱਠਾ ਟੈਕਸ ਨਹੀਂ ਦੇਣਾ ਪਵੇਗਾ ਕਿਉਂਕਿ ਹਰੇਕ ਦੇ ਆਪਣਾ ਜਿਹੜਾ ਉਸ ਤਰ੍ਹਾਂ ਇੱਕ ਬੈਲੈਂਸਿੰਗ ਆਫ ਲਾਈਫ ਚੱਲਦੀ ਹੁੰਦੀ ਕੈਸ਼ ਫਲੋ ਦੀ। ਜੀ ਜੀ। ਸੋ ਉਹਨਾਂ ਨੂੰ ਐਂਡ ਆਫ ਦਾ ਡੇ ਸਮ ਟਾਈਮ ਰੀਫੰਡ ਆ ਜਾਂਦਾ ਹੈਗਾ। ਜੀ ਬਿਲਕੁਲ। ਅੱਛਾ, ਇਹਦੇ ਵਿੱਚ ਇਹ ਸੀ ਗੱਲ ਜਿਹੜੀ ਕਿ ਜਿਹੜਾ EMPLOYEE ਹੈਗਾ, ਇਸ ਤੋਂ ਇਲਾਵਾ ਆਪਾਂ ਜਿਹੜੇ ਸੈਲਫ EMPLOYED ਦੀ ਗੱਲ ਕਰਾਂਗੇ ਕਿ ਜਿਹੜੇ ਕਿ ਬਿਜ਼ਨਸ ਕਰਦੇ ਨੇ ਉਹਨਾਂ ਨੇ ਜਿਹੜਾ ਹੈਗਾ ਟੈਕਸਸ ਕਿੱਦਾਂ ਪੇ ਕਰਨੇ ਹੁੰਦੇ ਨੇ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਦੋਸਤੋ ਸਾਡੇ ਇਹ ਹਨੀ ਵਾਲੀਆ ਸ਼ੋਜ਼ ਨੂੰ ਤੁਸੀਂ YouTube ਸਾਡਾ ਚੈਨਲ ਹੈਗਾ ਹਨੀ ਵਾਲੀਆ ਸ਼ੋਜ਼ ਦੇ ਨਾਮ ਦਾ, ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਸੀਂ ਵੱਖਰੀ ਕੈਟਾਗਰੀ ਦੇ ਜਿਹੜੇ ਪ੍ਰੋਗਰਾਮ ਸਾਡੇ ਅਸੀਂ ਇਸ ਪ੍ਰੋਗਰਾਮ ਜਿਹੜੇ ਹੈਗੇ ਨੇ ਇਸ ਚੈਨਲ ਦੇ ਉੱਤੇ ਚਲਾਉਂਦੇ ਹਾਂ ਤਾਂ ਕਿ ਤੁਹਾਨੂੰ ਘਰੇ ਬੈਠੇ ਬਿਠਾਏ ਹਰ ਇੱਕ ਤਰ੍ਹਾਂ ਦੀ, ਖਾਸ ਕਰਕੇ ਐਲਬਰਟਾ ਦੇ ਉੱਤੇ ਜਿਹੜੀ ਐਡਮਿੰਟਨ ਦੇ ਵਿੱਚ ਜਿਹੜੀ ਹੈਗੀ ਐਕਟੀਵਿਟੀ ਐਡਮਿੰਟਨ ਦੀ ਜਾਂ ਫਿਰ ਪ੍ਰਾਪਰਟੀ ਦੇ ਬਾਰੇ ਵਿੱਚ ਜਾਂ ਫਿਰ ਕੈਨੇਡਾ ਦੇ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਦੇ ਬਾਰੇ ਵਿੱਚ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਫਿਰ ਟੈਕਸਿਸ ਨੂੰ ਲੈ ਕੇ ਸਾਡੇ ਅਕਾਊਂਟਸ ਦੇ ਜਿਹੜੇ ਹੈਗੇ ਨੇ ਅਕਾਊਂਟੈਂਟ ਮਿਸਟਰ ਨਰਿੰਦਰ ਕੁਮਾਰ ਜੀ ਜਿਹੜੇ ਕਿ ਇਸ ਪਲੇਟਫਾਰਮ ਦੇ ਰਾਹੀਂ ਸਾਡੇ ਇਸ ਪ੍ਰੋਗਰਾਮ ਦੇ ਜੁੜੇ ਹੋਏ ਨੇ, ਤੁਹਾਨੂੰ ਟੈਕਸ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਕਿ ਟੈਕਸ ਕਿੱਦਾਂ ਫਾਈਲ ਕਰਨਾ, ਤੁਸੀਂ EMPLOYEE ਹੋ, ਤੁਸੀਂ ਕੋਈ ਕੰਪਨੀ ਰਜਿਸਟਰਡ ਕਰਾਉਣੀ ਹੈ ਕਿਸ ਤਰ੍ਹਾਂ ਕਰਾਉਣੀ ਹੈਗੀ ਹੈ, ਤੁਸੀਂ ਕੋਈ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ ਉਹ ਕਿਸ ਤਰ੍ਹਾਂ ਖੋਲ੍ਹਣਾ ਹੈਗਾ, ਇਹ ਸਾਰੀ ਸਰਵਿਸਿਜ਼ ਤੁਹਾਨੂੰ ਸਾਡੇ ਜਿਹੜੇ ਹੈਗੇ ਨੇ ਨਰਿੰਦਰ ਕੁਮਾਰ ਜੀ ਵੱਲੋਂ ਜਿਹੜੀ ਹੈਗੀਆਂ ਨੇ ਇਸ ਪਲੇਟਫਾਰਮ ਦੇ ਰਾਹੀਂ ਤੁਹਾਨੂੰ ਫ੍ਰੀ ਆਫ ਕਾਸਟ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਏਗੀ। ਤੁਸੀਂ ਸਾਨੂੰ ਜਿਹੜਾ ਹੈਗਾ ਆਪਣਾ ਕਮੈਂਟ ਕਰ ਸਕਦੇ ਹੋ ਕਿਸ ਤਰ੍ਹਾਂ ਦੇ ਸਵਾਲ ਹੈ ਤੁਹਾਡਾ ਟੈਕਸ ਦੇ ਪ੍ਰਤੀ। ਇਸ ਤੋਂ ਇਲਾਵਾ ਤੁਸੀਂ ਨਰਿੰਦਰ ਜੀ ਨੂੰ ਮਿਲਣਾ ਚਾਹੁੰਦੇ ਹੋ, ਕੋਈ ਟੈਕਸ ਭਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਜਿੱਦਾਂ ਮੋਰਗੇਜ ਦੇ ਸੰਬੰਧੀ ਕੋਈ ਜਾਣਕਾਰੀ ਜਿਹੜੀ ਹੈਗੀ ਹੈ ਟੈਕਸ ਦੇ ਰਿਲੇਟਡ ਜਿਹੜੀ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਬਿਜ਼ਨਸ ਓਪਨ ਕਰਨਾ ਚਾਹੁੰਦੇ ਹੋ ਉਹਦੇ ਬਾਰੇ ਕੋਈ ਕੁਐਰੀ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਜਿਹੜਾ ਹੈਗਾ ਨਰਿੰਦਰ ਕੁਮਾਰ ਜੀ ਦੇ ਨਾਲ ਜਿਹੜਾ ਹੈਗਾ ਰਾਬਤਾ ਕਾਇਮ ਕਰ ਸਕਦੇ ਹੋ। ਤਾਂ ਨਰਿੰਦਰ ਕੁਮਾਰ ਜੀ ਜਿਹੜੇ ਕਿ ਜਿਨ੍ਹਾਂ ਨੇ ਕਿ ਆਪਣਾ ਬਿਜ਼ਨਸ ਜਿਹੜਾ ਕਰ ਰਹੇ ਨੇ ਸੈਲਫ EMPLOYED ਕੈਟਾਗਰੀ ਹੈਗੀ ਹੈ, ਉਹਨਾਂ ਦੇ ਲਈ ਟੈਕਸ ਦਾ ਜਿਹੜਾ ਹੈਗਾ ਕੀ ਮਹੱਤਵ ਦਾ, ਕੀ ਪ੍ਰੋਸੈਸ ਰਹਿੰਦਾ ਟੈਕਸ ਪੇ ਕਰਨ ਦਾ ਉਹਨਾਂ ਦਾ? ਹਾਂਜੀ, ਦੇਖੋ ਸੈਲਫ EMPLOYED ਜਿਹੜੀ ਕੈਟਾਗਰੀ ਹੈਗੀ ਹੈ, ਇੱਕ ਤੇ ਇਹਦੇ ਵਿੱਚ ਕਾਰਪੋਰੇਸ਼ਨਸ ਵੀ ਆ ਜਾਂਦੀਆਂ ਨੇ ਜੀ, ਉਹ ਵੀ ਇੱਕ ਤਰ੍ਹਾਂ ਦੀਆਂ ਕਾਈਂਡ ਆਫ ਜਿਹੜੀਆਂ ਉਹ ਆਪਾਂ ਨੂੰ ਸੈਲਫ EMPLOYED ਹੀ ਕਹਿ ਸਕਦੇ ਹਾਂ ਜੀ। ਔਰ ਇਹਦੇ ਵਿੱਚ ਇੱਕ ਕੈਟਾਗਰੀ ਹੋਰ ਹੁੰਦੀ ਕਿ ਆਪਾਂ ਕੇਵਲ ਆਪਣਾ ਟ੍ਰੇਡ ਨੇਮ ਲੈ ਲੈਂਦੇ ਪਰ ਆਪਾਂ ਇਨਕੋਰਪੋਰੇਸ਼ਨ ਨਹੀਂ ਕਰਵਾਉਂਦੇ ਹਨੀ ਜੀ ਦੇ ਵਿੱਚ। ਉਹਦੇ ਵਿੱਚ ਕੀ ਹੁੰਦਾ ਕਿ ਕੁਝ ਜੋ ਸਾਡਾ ਐਕਸਪੀਰੀਅੰਸ ਰਿਹਾ ਹੈਗਾ ਇਹਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਟੈਕਨੀਕਲੀ ਤੁਹਾਨੂੰ ਜਿਹੜੇ ਚੈੱਕ ਜਾਂ ਕਾਰਪੋਰੇਸ਼ਨ ਚ ਆਏ ਹੁੰਦੇ ਥੋੜਾ ਈਜ਼ੀ ਹੁੰਦਾ ਇਨਕਮ ਨੂੰ ਟਰੈਕ ਕਰਨਾ ਜੀ। ਸੋ ਇਹਦੇ ਵਿੱਚ ਜਦੋਂ ਅਸੀਂ ਇਹਦੇ ਵਿੱਚ ਜ਼ਿਆਦਾ ਐਡਵਾਈਸ ਕਰਦੇ ਜਿਹੜੇ ਉਹਨਾਂ ਨੂੰ ਪ੍ਰੋਬਲਮ ਆਉਂਦੀ ਜਿਹੜੇ ਸੈਲਫ EMPLOYED ਹੁੰਦੇ ਜਿਨ੍ਹਾਂ ਦੀ ਕਾਰਪੋਰੇਸ਼ਨਸ ਨਹੀਂ ਹੁੰਦੀਆਂ ਜੀ, ਸਮ ਟਾਈਮ ਉਹਨਾਂ ਦਾ ਇੱਕ ਪਰਸਨਲ ਅਕਾਊਂਟ ਹੀ ਹੁੰਦਾ ਹੈ। ਜਿੱਦਾਂ ਸਪੋਜ਼ ਤੁਹਾਨੂੰ ਐਗਜ਼ਾਮਪਲ ਮੈਂ ਟੈਕਸੀ ਵਾਲਿਆਂ ਦੇ ਦੇ ਦਿੰਦਾ ਜੀ, ਟੈਕਸੀ ਦੇ ਆਪਣੇ ਜਿਹੜੇ ਭਾਈ ਕੰਮ ਕਰਦੇ ਨੇ ਜੀ, ਸੋ ਉਹਨਾਂ ਦਾ ਇੱਕ ਵਾਰੀ ਪਰਸਨਲ ਅਕਾਊਂਟ ਹੁੰਦਾ, ਉਹਦੇ ਵਿੱਚ ਹੀ ਉਹਨਾਂ ਨੂੰ ਟੈਕਸੀ ਦੇ ਚੈੱਕ ਆਏ ਹੁੰਦੇ ਇਨਕਮ ਦੇ ਪਲੱਸ ਉਹਦੇ ਵਿੱਚ ਹੀ ਉਹਨਾਂ ਦੀ ਦੂਜੇ ਪਰਸਨਲ ਦੀ ਐਕਟੀਵਿਟੀਜ਼ ਚੱਲਦੀਆਂ ਹੁੰਦੀਆਂ ਨੇ ਜੀ। ਸੋ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਇੱਕ ਟ੍ਰੇਡ ਨੇਮ ਲੈ ਕੇ ਇੱਕ ਤੁਹਾਡਾ ਜਿਹੜਾ ਹੈ ਉਹ ਪਰਸਨਲ ਉਸ ਟ੍ਰੇਡ ਨੇਮ ਤੇ ਬੈਂਕ ਅਕਾਊਂਟ ਹੋਵੇ ਜੀ। ਸੋ ਤੁਹਾਡੀ ਜਿਹੜੀ ਇਨਕਮ ਹੈ ਉਹ ਈਜ਼ੀਲੀ ਜਿਹੜੀ ਫॉर ਦਾ ਹੋਲ ਈਅਰ ਵੀ ਈਜ਼ੀਲੀ ਟਰੈਕ ਹੋਵੇ ਜੀ। ਪਲੱਸ ਉਹਦੇ ਨਾਲ ਜਿਹੜੇ ਤੁਹਾਡੇ ਐਕਸਪੈਂਸਿਸ ਜਿਹੜੇ ਆ ਉਹ ਉਸੇ ਬਿਜ਼ਨਸ ਦੇ ਵਿੱਚੋਂ ਤੁਸੀਂ ਜਦੋਂ ਯੂਟਿਲਾਈਜ਼ ਕਰਦੇ ਹੋ ਐਕਸਪੈਂਸ ਕਰਦੇ ਹੋ ਸੋ ਈਜ਼ੀਲੀ ਟ੍ਰੇਸੇਬਲ ਹੋ ਜਾਂਦੇ ਨੇ ਜੀ। ਸੋ ਈਜ਼ੀ ਐਂਡ ਆਫ ਦਾ ਡੇ ਟੈਕਸ ਰਿਟਰਨ ਪਾਉਣ ਦੇ ਵਿੱਚ ਜਿਹੜੀ ਉਹ ਆਸਾਨੀ ਹੋ ਜਾਂਦੀ ਹੈਗੀ ਆ ਜੀ। ਅੱਛਾ, ਇਹ ਜਿਹੜਾ ਹੈਗਾ ਟੈਕਸ ਦੀ ਗੱਲ ਕਰਦੇ ਆ ਕਿ ਜੋ ਇਨਕੋਰਪੋਰੇਸ਼ਨ ਦੀ ਗੱਲ ਕੀਤੀ ਹੈ ਤੁਸੀਂ, ਤਾਂ ਜਿਵੇਂ ਹੁਣ ਕਿਸੇ ਨੇ ਬਿਜ਼ਨਸ ਜਿਹੜਾ ਸਟਾਰਟ ਕਰਨਾ, ਹੁਣ ਸਾਡੇ ਇੱਦਾਂ ਵੀ ਦਰਸ਼ਕ ਜਿਹੜੇ ਕਿ ਆਲਰੇਡੀ ਕਰ ਰਹੇ ਨੇ, ਤੁਹਾਨੂੰ ਲੱਗਦਾ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਜਿਹੜੀਆਂ ਕਮੀਆਂ ਨੇ ਉਹ ਬਿਜ਼ਨਸ ਨੂੰ ਮੇਨਟੇਨ ਨਹੀਂ ਕਰਦੀਆਂ, ਤੁਸੀਂ ਫੇਸ ਕਰਦੇ ਹੋ ਜਦੋਂ ਤੁਹਾਡੇ ਕੋਲ ਟੈਕਸ ਭਰਾਉਣ ਜਾਂਦੇ ਨੇ? ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਜੇਕਰ ਐਗਜ਼ਾਮਪਲ ਦਿੱਤੀ ਹੈ ਕਿ ਜਿਹੜੇ ਟੈਕਸੀ ਚਲਾਉਂਦੇ ਨੇ ਉਹਨਾਂ ਦਾ ਜਿਹੜਾ ਹੈਗਾ ਆਪਣੇ ਉਹਨਾਂ ਦੇ ਸੇਵਿੰਗ ਅਕਾਊਂਟ ਦੇ ਵਿੱਚ ਹੀ ਚੈੱਕ ਲੈ ਲੈਂਦੇ ਨੇ ਉਹਨਾਂ ਨੂੰ ਕਾਰਪੋਰੇਟ, ਤੇ ਇਹ ਜਿਹੜੀ ਕੰਪਨੀ ਖੁਲਵਾਉਣੀ ਹੈ ਇੱਥੇ ਇਨਕੋਰਪੋਰੇਸ਼ਨ ਕਰਵਾਉਣੀ ਹੈ ਜਾਂ ਕੋਈ ਬ੍ਰਾਂਡਿੰਗ ਜਿਹੜੀ ਹੈਗੀ ਹੈ ਉਸ ਤੋਂ ਥੱਲੇ, ਤਾਂ ਉਹ ਕੀ ਪ੍ਰੋਸੈਸ ਹੁੰਦਾ ਕੰਪਨੀ ਓਪਨ ਕਰਨ ਦਾ ਜਾਂ ਕਿਸੇ ਬਿਜ਼ਨਸ ਓਪਨ ਕਰਨ ਦਾ ਕੀ ਪ੍ਰੋਸੈਸ ਹੁੰਦਾ? ਹਾਂਜੀ, ਉਹਦੇ ਵਿੱਚ ਜਿਹੜੇ ਤੁਸੀਂ ਕੰਪਨੀ ਇਨਕੋਰਪੋਰੇਸ਼ਨ ਹੈ, ਜਿੱਦਾਂ ਸਾਡੇ ਕੋਲ ਕਲਾਇੰਟਸ ਆਉਂਦੇ ਨੇ ਸੋ ਅਸੀਂ ਮੈਂ ਉਹਨਾਂ ਦੀ ਫ੍ਰੀ ਆਫ ਕਾਸਟ ਕਾਰਪੋਰੇਸ਼ਨ ਜਿਹੜੀ ਇਨਕੋਰਪੋਰੇਸ਼ਨ ਕਰਾਉਣਾ ਜੀ, ਉਹਨਾਂ ਤੋਂ ਕੋਈ ਸਰਵਿਸ ਚਾਰਜਸ ਨਹੀਂ ਲੈਂਦੇ ਰਾਈਟ। ਸੋ ਸਮ ਅਕਾਊਂਟੈਂਟਸ ਦੇ ਡੂ ਐਜ਼ ਵੈਲ ਜੀ। ਤੇ ਉਹ ਜਦੋਂ ਕੰਪਨੀ ਆਪਾਂ ਉਹਨਾਂ ਦੀ ਖੁਲਵਾਉਂਦੇ ਨੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਇਹਦਾ ਇੱਕ ਤੁਸੀਂ ਕਾਰਪੋਰੇਸ਼ਨ ਨੇਮਡ ਕਾਰਪੋਰੇਸ਼ਨ ਲੈਣਾ ਚਾਹੁੰਦੇ ਹੋ ਜਾਂ ਨੰਬਰਡ ਕਾਰਪੋਰੇਸ਼ਨ ਲੈਣਾ ਚਾਹੁੰਦੇ ਹੋ ਜੀ। ਸੋ ਹਰੇਕ ਕਲਾਇੰਟਸ ਜਿਹੜੀ ਆਪਣੀ ਜਿਹੜੀ ਇੱਕ ਇਹਨੂੰ ਪ੍ਰਾਇੋਰਟੀ ਹੁੰਦੀ ਹੈ ਜੀ। ਸੋ ਉਹਨਾਂ ਦੀ ਅਸੀਂ ਬੇਸਿਕਲੀ ਆਪਣੇ ਇੱਥੋਂ ਆਨਲਾਈਨ ਕਰਵਾ ਦਿੰਦੇ ਹਾਂ, ਤੋਂ ਰਜਿਸਟਰੀ ਤੋਂ ਉਹਨਾਂ ਦੀ ਜਿਹੜੀ ਆਨਲਾਈਨ ਕਾਰਪੋਰੇਸ਼ਨ ਹੋ ਜਾਂਦੀ ਹੈ ਜੀ। ਸੋ ਉਹਨਾਂ ਨੂੰ ਇੱਥੋਂ ਚਾਰਜ ਕਰਕੇ ਉਹਨਾਂ ਦੀ ਕਾਰਪੋਰੇਸ਼ਨ ਹੋ ਜਾਂਦੀ ਹੈ।
ਬਿਲਕੁਲ। ਤਾਂ ਦੋਸਤੋ ਤੁਸੀਂ ਬਿਜ਼ਨਸ ਦੇ ਰਿਲੇਟਡ ਜਾਂ ਸੈਲਫ ਐਮਪਲੋਇਡ ਹੋ ਜਾਂ ਫਿਰ ਤੁਸੀਂ ਐਮਪਲੋਇਡ ਹੋ ਕਿਤੇ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਓਪਨ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਅਕਾਊਂਟੈਂਟ ਦੀ ਭਾਲ ਦੇ ਵਿੱਚੋਂ, ਤਾਂ ਤੁਸੀਂ ਨਰਿੰਦਰ ਕੁਮਾਰ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ, ਰਾਬਤਾ ਕਾਇਮ ਕਰ ਸਕਦੇ ਹੋ। ਆਪਣਾ ਜਿਹੜਾ ਨਾਮ ਤੇ ਜਿਹੜਾ ਇੱਕ ਸਵਾਲ ਜ਼ਰੂਰ ਭੇਜ ਸਕਦੇ ਹੋ। ਅਗਰ ਤੁਸੀਂ ਇਹਨਾਂ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ, ਫੋਨ ਨੰਬਰ ਆਪਣਾ ਸੈਂਡ ਕਰ ਸਕਦੇ ਹੋ। ਤੁਹਾਨੂੰ ਲਾਸਟ ਦੇ ਵਿੱਚ ਨਰਿੰਦਰ ਜੀ ਆਪਣਾ ਫੋਨ ਨੰਬਰ ਵੀ ਦੱਸਣਗੇ। ਆਪਣਾ ਕੋਈ ਸਵਾਲ ਹੈ ਤੁਹਾਨੂੰ ਟੈਕਸ ਦੇ ਪ੍ਰਤੀ ਜਾਂ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਕਰਨਾ ਚਾਹੁੰਦੇ ਹੋ, ਤਾਂ ਇਸ ਪਲੇਟਫਾਰਮ ਦੇ ਰਾਹੀਂ ਤੁਹਾਨੂੰ ਫ੍ਰੀ ਆਫ ਕਾਸਟ, ਜਿੱਦਾਂ ਨਰਿੰਦਰ ਜੀ ਨੇ ਦੱਸਿਆ ਕਿ ਤੁਹਾਨੂੰ ਜਿਹੜੀਆਂ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਹੈਗੀ ਹੈ ਤਾਂ ਤੁਹਾਨੂੰ ਫ੍ਰੀ ਆਫ ਕਾਸਟ ਜਿਹੜੀ ਹੈਗੀ ਹੈ ਦਿੱਤੀ ਜਾਏਗੀ। ਤੁਸੀਂ ਇਸ ਪ੍ਰੋਗਰਾਮ ਦੇ ਰਾਹੀਂ ਵੀ ਅਸੀਂ ਨਰਿੰਦਰ ਜੀ ਨੂੰ ਬੁਲਾਉਂਦੇ ਰਹਾਂਗੇ। ਤਾਂ ਹੀ ਹੈ ਕਿ ਤੁਸੀਂ ਸਾਨੂੰ ਸਵਾਲ ਭੇਜੋਗੇ, ਉਹਨਾਂ ਸਵਾਲਾਂ ਦੇ ਜਵਾਬ ਸਾਡੇ ਇਸ ਪਲੇਟਫਾਰਮ ਦੇ ਰਾਹੀਂ ਤੁਹਾਨੂੰ ਫ੍ਰੀ ਆਫ ਕਾਸਟ ਦਿੱਤੇ ਜਾਣਗੇ। ਤਾਂ ਅਗਰ ਆਪਾਂ ਐਲਬਰਟਾ ਦੀ ਗੱਲ ਕਰੀਏ, ਐਡਮਿੰਟਨ ਦੀ ਗੱਲ ਕਰੀਏ, ਤਾਂ ਕੈਨੇਡਾ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਟੈਕਸਿਸ ਨੇ। ਤਾਂ ਐਲਬਰਟਾ ਦੀ ਕੀ ਖਾਸੀਅਤ ਹੈਗੀ ਹੈ ਟੈਕਸ ਨੂੰ ਲੈ ਕੇ, ਜਾਂ ਟੈਕਸ ਦੀ ਜਿਹੜੀ ਆਪਸ਼ਨਸ ਨੇ, ਜਾਂ ਕੈਨੇਡਾ ਨੂੰ ਲੈ ਕੇ ਜਾਂ ਐਲਬਰਟਾ ਨੂੰ ਲੈ ਕੇ ਕੁਝ ਟੈਕਸ ਦੀ ਵੈਰਾਈਟੀ ਹੈਗੀ ਹੈ, ਜਾਂ ਇਹਦੇ ਵਿੱਚ ਕੁਝ ਐਲਬਰਟਾ ਦਾ ਵੱਖਰਾ ਹੈਗਾ, ਕੈਨੇਡਾ ਦਾ ਵੱਖਰਾ ਹੈਗਾ, ਇਹਦੇ ਵਿੱਚ ਕੀ ਹੈਗੀ ਹੈ ਇਹਦੀ ਪ੍ਰੋਪਰ ਜਿਹੜੀ ਹੈਗੀ ਹੈ ਛਾਣਬੀਨ ਕਰੀ ਜਾਵੇ? ਹਾਂਜੀ, ਡੈਫੀਨੇਟਲੀ ਇਹਦੇ ਵਿੱਚ ਜਿੱਦਾਂ ਐਲਬਰਟਾ ਦਾ ਹੁਣ ਆਪਣੇ ਕਾਰਪੋਰੇਟ ਟੈਕਸ ਰੇਟ ਜਿਹੜਾ ਜੀ 2% ਪ੍ਰੋਵਿੰਸ਼ੀਅਲ ਹੈਗਾ ਜੀ, ਤੇ ਹਰੇਕ ਪ੍ਰੋਵਿੰਸ ਦਾ ਜਿਹੜਾ ਆ ਉਹ ਹਰੇਕ ਪ੍ਰੋਵਿੰਸ ਦਾ ਆਪਣਾ ਇੱਕ ਅਲੱਗ ਕਾਰਪੋਰੇਟ ਟੈਕਸ ਰੇਟ ਹੈਗਾ ਜੀ। ਸੋ ਅਲਬਰਟਾ ਦਾ ਜਿਹੜਾ ਰਾਈਟ ਨਾਓ 2% ਚੱਲ ਰਿਹਾ, ਸੋ ਮੋਸਟ ਆਫ ਦਾ ਪ੍ਰੋਵਿੰਸਿਸ ਦੇ ਨਾਲੋਂ ਅਲਬਰਟਾ ਦਾ ਹੈ ਘੱਟ। ਔਰ ਦੂਜੀ ਚੀਜ਼ ਇਹਦੇ ਵਿੱਚ ਜਿਹੜੀ ਕਿ ਆਪਾਂ ਨੂੰ HST ਨਹੀਂ ਹੈਗੀ ਐਪਲੀਕੇਬਲ। ਸੋ ਆਪਾਂ ਸਿਰਫ ਕੋਈ ਵੀ ਇੱਥੇ ਪਰਚੇਜ਼ਸ ਕਰਦੇ ਹੈਗੇ ਆ, ਇਧਰ ਆਪਾਂ ਪਰਸਨਲ ਵੀ ਕਰਦੇ ਜਾਂ ਕਾਰਪੋਰੇਸ਼ਨ ਦੇ ਵਿੱਚ ਵੀ ਆਪਾਂ ਲੈਨੇ ਕੰਪਨੀ ਵਾਸਤੇ ਵੀ, ਸੋ ਅਸੀਂ ਸਿਰਫ 5% ਹੀ ਉਹਦੇ ਤੇ GST ਪੇ ਕਰਦੇ ਆ। ਸੋ ਜੇ ਆਪਾਂ ਅੰਟਾਰੀਓ ਦੀ ਗੱਲ ਕਰੀਏ ਤਾਂ ਉੱਥੇ HST ਵੀ ਲੱਗਦੀ ਹੈਗੀ ਆ, 13% ਲੱਗਦੀ ਹੈਗੀ। ਸੋ ਥੋੜਾ ਜਿਹਾ ਆਪਾਂ ਨੂੰ ਅਲਬਰਟਾ ਦੇ ਵਿੱਚ ਜਿਹੜੀ ਇਸ ਚੀਜ਼ ਦਾ ਬੈਨੀਫਿਟ ਹੈ, ਆਪਾਂ ਨੂੰ ਮਤਲਬ ਕਿ ਅਲਬਰਟਾ ਦਾ ਟੈਕਸ ਨੂੰ ਲੈ ਕੇ ਬੈਨੀਫਿਟ ਜ਼ਰੂਰ ਹੁੰਦਾ ਹੈ ਡੈਫੀਨੇਟਲੀ, ਕਿਉਂਕਿ ਅਗੇਨ ਸੇਮ ਥਿੰਗ ਕਾਰਪੋਰੇਸ਼ਨ ਜਿਹੜਾ ਰੇਟ ਹੈਗਾ ਉਹ ਵੀ ਘੱਟ ਹੈਗਾ ਜੀ, ਤੇ ਪਲੱਸ ਇਹਦੇ ਵਿੱਚ ਜਿਹੜੀ GST ਹੀ ਸਿਰਫ ਆਪਾਂ 5% ਪੇ ਕਰਦੇ ਆ ਜੀ। ਬਿਲਕੁਲ। ਤਾਂ ਇੱਕ ਗੱਲ ਹੁੰਦੀ ਹੈ ਕਿ ਹੁਣ ਜਿਹੜੇ ਸਾਡੇ ਇੱਥੇ ਨਵੇਂ ਸਾਡੇ ਜਿਹੜੇ ਹੈਗੇ ਨੇ ਇਮੀਗ੍ਰੈਂਟਸ ਆਉਂਦੇ ਨੇ, ਜਾਂ ਫਿਰ ਜਿਨ੍ਹਾਂ ਨੇ ਕਿਤੇ ਨਾ ਕਿਤੇ ਜਿਹੜੇ ਸਟੂਡੈਂਟਸ ਨੇ ਉਹ ਕਿਤੇ ਨਾ ਕਿਤੇ ਵਰਕ ਪਰਮਿਟ ਤੇ ਆਏ ਨੇ, ਕੋਈ LMI ਦੇ ਉੱਤੇ ਆਇਆ, ਤਾਂ ਉਹਨਾਂ ਦੇ ਲਈ ਤੁਸੀਂ ਕੁਝ ਟੈਕਸ ਦੇ ਉੱਤੇ ਜਾਣਕਾਰੀ ਦੇਣਾ ਚਾਹੁੰਦੇ ਹੋ ਕਿ ਉਹ ਆਪਣੇ ਟੈਕਸ ਨੂੰ ਕਿੱਦਾਂ ਮੇਨਟੇਨ ਕਰ ਸਕਦੇ ਨੇ। ਸਪੋਜ਼ ਜਿੱਦਾਂ ਕਿਸੇ ਨੇ ਘਰ ਲੈਣਾ, ਉਹਨਾਂ ਦਾ ਟਾਰਗੇਟ ਹੈਗਾ ਅੱਜ ਤੋਂ 6 ਮਹੀਨੇ ਬਾਅਦ ਜਾਂ ਸਾਲ ਬਾਅਦ ਘਰ ਲੈਣਾ ਹੈਗਾ, ਉਹਦੇ ਲਈ ਘਰ ਲੈਣ ਦੇ ਲਈ ਜਾਂ ਮੋਰਗੇਜ ਲੈਣ ਦੇ ਲਈ ਟੈਕਸ ਦੇਣਾ ਕਿੱਡੀ ਕੁ ਮਹੱਤਤਾ ਹੈਗੀ? ਕਿਉਂਕਿ ਇਹ ਇੱਕ ਕੋਈ ਲੁਕੀ ਨਹੀਂ ਹੈਗੀ ਚੀਜ਼ ਕਿ ਅਸੀਂ ਲੋਕ, ਸਾਡੀ ਜਿਹੜੀ ਹੈਗੀ ਅਸੀਂ ਬੈਕ ਕੰਟਰੀ ਦੇ ਵਿੱਚ ਡਰਦੇ ਹਾਂ ਕਿ ਅਸੀਂ ਜ਼ਿਆਦਾ ਟੈਕਸ ਨਾ ਦਈਏ, ਅਸੀਂ ਕੈਸ਼ ਤੇ ਕੰਮ ਕਰ ਲਈਏ, ਅਸੀਂ ਆਪਣੀ ਸੇਵਿੰਗਸ ਕਰ ਲਈਏ। ਲੇਕਿਨ ਅਗਰ ਇੱਥੇ, ਕਿਉਂਕਿ ਜ਼ਿਆਦਾਤਰ 99 ਕਿ 100% ਲੋਕੀ ਨੇ ਜਿਹੜੇ ਇੱਥੇ ਕੋਈ ਘਰ ਲੈਂਦੇ ਨੇ ਤਾਂ ਉਹਨਾਂ ਨੂੰ ਮੋਰਗੇਜ ਲੈਣੀ ਪੈਂਦੀ ਹੈ, ਤਾਂ ਉਹਦੇ ਲਈ ਟੈਕਸ ਦੇਣਾ ਜਾਂ ਟੈਕਸ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਟੈਕਸ ਦੀ ਚੋਰੀ ਨਾ ਕਰਨਾ ਜਾਂ ਕੈਸ਼ ਤੇ ਘੱਟ ਕੰਮ ਕਰਨਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਆਈ ਥਿੰਕ ਸਭ ਤੋਂ ਮੇਨ ਚੀਜ਼ ਹੈ ਜੀ, ਜੇ ਤੁਸੀਂ ਹੁਣ ਘਰ ਬਾਏ ਕਰਨ ਜਾਂਦੇ ਹੋ, ਤੁਸੀਂ ਬੈਂਕ ਤੋਂ ਜਾਂਦੇ ਹੋ, ਉਹ ਤੁਹਾਨੂੰ ਹਮੇਸ਼ਾ ਤੁਹਾਡੀ ਜਿਹੜੀ ਇਨਕਮ ਹੈ ਲਾਈਨ 150 ਤੁਹਾਨੂੰ ਪੁੱਛਦੇ ਨੇ ਜੀ, ਜਾਂ ਉਹ ਤੁਹਾਨੂੰ ਪੁੱਛਦੇ ਤੁਹਾਡੀ ਕਿੰਨੀ ਇਨਕਮ ਹੈਗੀ ਹੈ ਜੀ, ਤੇ ਉਹਦੇ ਵਿੱਚ ਟੈਕਸ ਦੇਣਾ ਬਹੁਤ ਜ਼ਰੂਰੀ ਹੈ। ਤੁਹਾਡੀ ਇਨਕਮ ਹੋਊਗੀ ਤੁਸੀਂ ਤਾਂ ਹੀ ਕੁਆਲੀਫਾਈ ਕਰ ਪਾਓਗੇ ਘਰ ਵਾਸਤੇ, ਹੁਣ ਤੁਸੀਂ ਕੁਆਲੀਫਾਈ ਨਹੀਂ ਕਰ ਸਕਦੇ, ਰਾਈਟ, ਕਿਉਂਕਿ ਹਰ ਇੱਕ ਆਪਣੇ ਫੈਮਿਲੀਜ਼ ਜਾਂ ਲੋਕਾਂ ਦਾ ਬਜਟ ਹੁੰਦਾ, ਕੋਈ 5% ਡਾਊਨ ਕਰਕੇ ਕਰਨਾ ਚਾਹੁੰਦੇ ਨੇ ਪਰ ਉਹ ਇਨਕਮ ਲਈ ਕੁਆਲੀਫਾਈ ਨਹੀਂ ਕਰ ਪਾਉਂਦੇ ਜੀ, ਫਿਰ ਉਹਨਾਂ ਨੂੰ ਮਜਬੂਰਨ ਜਿਹੜਾ ਆ ਫਿਰ ਬੈਂਕ ਵੱਲੋਂ ਜਾਂ ਉਹਨਾਂ ਨੂੰ ਫਿਰ ਸਮ ਟਾਈਮ ਉਹ 5% ਦਾ ਬਜਟ ਹੁੰਦਾ ਜੀ ਉਹਨਾਂ ਦੇ ਘਰ ਦਾ, ਰਾਈਟ, ਫਿਰ ਉਹਨਾਂ ਨੂੰ 20% ਜਿਹੜਾ ਡਾਊਨ ਪਾਉਣਾ ਪੈਂਦਾ ਕਿਉਂਕਿ ਉਹ ਇਨਕਮ ਲਈ ਕੁਆਲੀਫਾਈ ਨਹੀਂ ਕਰਦੇ ਜੀ, ਫਿਰ ਉਹਦੀ ਲਾਇਬਿਲਿਟੀਜ਼ ਜਿਹੜਾ ਲੋਨ ਦੀ ਅਮਾਊਂਟ ਕੱਟਦੀ ਹੈ ਫਿਰ ਉਹ ਕੁਆਲੀਫਾਈ ਕਰਦੇ ਨੇ ਜੀ। ਐਂਡ ਨਾਓ ਦੇ ਅੰਡਰਸਟੈਂਡ ਦੈਨ ਕਿ ਇਹ ਟੈਕਸ ਦੇਣਾ ਜਿਹੜਾ ਹੈ ਉਹ ਕਿੰਨੀ ਮਤਲਬ ਜ਼ਰੂਰੀ ਹੈਗਾ ਜੀ। ਸੋ ਇਹ ਤੁਸੀਂ ਜੀ ਪਰਸਨਲ ਸਾਈਡ। ਹੁਣ ਕਾਰਪੋਰੇਸ਼ਨ ਸਾਈਡ ਹੈਗੇ ਆ ਸਾਡੇ, ਮਤਲਬ ਚਲੋ ਐਡਮਿੰਟਨ ਦੇ ਵਿੱਚ ਬਹੁਤ ਬਿਜ਼ਨਸ ਗਰੋ ਕਰ ਰਹੇ ਆ ਜੀ, ਸੋ ਸਾਰੇ ਬਹੁਤੇ ਲੋਕਾਂ ਨੂੰ ਕੀ ਹੁੰਦਾ ਕਿ LMIS ਦੇ ਵਰਕਰਸ ਮਿਲ ਜੋ ਉਹਨਾਂ ਨਾਲ ਥੋੜਾ ਜਿਹਾ ਟਾਈਮ ਕੰਮ ਕਰਨ ਤੇ ਉਹਨਾਂ ਦੀ ਬਿਜ਼ਨਸ ਦੇ ਵਿੱਚ ਹੈਲਪ ਹੋਵੇ, ਰਾਈਟ। ਅਗੇਨ ਜਦੋਂ ਕਾਰਪੋਰੇਸ਼ਨ ਦੇ ਵਿੱਚ ਵੀ ਸੇਮ ਥਿੰਗ, ਉਹ ਵਧੀਆ ਟੈਕਸ ਪੇ ਕਰਦੇ ਨੇ, ਜਦੋਂ ਇਹਨਾਂ ਦਾ ਫਿਰ ਇਹ ਫਾਈਲ ਵਗੈਰਾ ਆਈ ਥਿੰਕ ਲਗਾਉਂਦੇ ਨੇ ਜੀ LMI, ਉਹ ਫਸਟ ਥਿੰਗ ਜਿਹੜੀ ਉਹਦੇ ਵਿੱਚ ਸਕੈਜੂਲ S125 ਨੂੰ ਦੇਖਦੇ ਨੇ ਜੀ, ਕਿ ਜਿਹਦੇ ਵਿੱਚ ਜਿਹੜੀਆਂ ਇਹਨੂੰ ਆਪਾਂ ਇਨਕਮ ਐਂਡ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਵੀ ਕਹਿੰਦੇ ਆ ਜੀ, ਸੋ ਉਹਦੇ ਵਿੱਚ ਉਹ ਦੇਖਦੇ ਨੇ ਕਿ ਕਿੰਨੀ ਇਹਨਾਂ ਦੀ ਕੰਪਨੀ ਨੇ ਨੈਟ ਇਨਕਮ ਬਣਾਈ ਹੋਈ ਹੈ, ਕਿ ਇਹ ਨੈਟ ਇਨਕਮ ਜਿਹੜੀ ਸਰਵਾਈਵ ਕਰ ਪਾਉਣਗੇ, ਜੇ ਨਵੇਂ EMPLOYEES ਨਿਊ EMPLOYEES ਨੂੰ ਹਾਇਰ ਕਰਦੇ ਨੇ ਜੀ, ਇਹ ਕੰਪਨੀ ਜਿਹੜੀ ਸਰਵਾਈਵ ਕਰ ਪਾਏਗੀ। ਸੋ ਇਹ ਚੀਜ਼ਾਂ ਜਿਹੜੀਆਂ ਆ ਬਹੁਤ ਜ਼ਿਆਦਾ ਇੰਪੋਰਟੈਂਸ ਕਰਦੀਆਂ ਨੇ ਟੈਕਸ ਦੇਣਾ। ਜੇ ਤੁਸੀਂ ਮਾਈਟ ਵੀ ਸ਼ਾਰਟ ਟਰਮ ਦੇ ਵਿੱਚ ਤੁਸੀਂ ਦੇਖੋ, ਮਾਈਟ ਵੀ ਨਾਟ, ਬਟ ਜੇ ਤੁਸੀਂ ਲੌਂਗ ਟਰਮ ਦੇ ਵਿੱਚ ਆਪਣੇ ਬਿਜ਼ਨਸ ਨੂੰ ਗਰੋ ਕਰਦੇ ਹੋ ਤਾਂ ਟੈਕਸ ਦੇਣਾ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ
ਰਾਈਟ ਦੋਸਤੋ, ਕਿਉਂਕਿ ਟੈਕਸ ਦੇਣਾ ਬਹੁਤ ਜ਼ਰੂਰੀ ਹੈ। ਅਸੀਂ ਡਰਦੇ ਜ਼ਰੂਰ ਹਾਂ ਕਿਤੇ ਨਾ ਕਿਤੇ ਵੀ ਅਸੀਂ ਕਹਿੰਦੇ ਹਾਂ ਵੀ ਇੰਨਾ ਪੈਸਾ ਕਮਾਇਆ ਸੀਗਾ ਤੇ ਉਹਦੇ ਵਿੱਚੋਂ ਇੰਨਾ ਸਰਕਾਰ ਨੇ ਟੈਕਸ ਲੈ ਲਿਆ ਹੈ ਇਸ ਚੀਜ਼ ਦਾ, ਲੇਕਿਨ ਉਹਦਾ ਲੌਂਗ ਟਰਮ ਦੇ ਵਿੱਚ ਸਾਨੂੰ ਜਿਹੜਾ ਹੈਗਾ ਫਾਇਦਾ ਜ਼ਰੂਰ ਹੁੰਦਾ। ਇਹਦੇ ਉੱਤੇ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ ਕਿ ਗੱਲ ਕਰਦੇ ਹਾਂ ਕਿ ਕੁਝ ਮੈਂ ਚਾਈਲਡ ਬੈਨੀਫਿਟਸ ਦੇ ਉੱਤੇ ਗੱਲ ਕਰਨਾ ਚਾਹੁੰਦਾ ਮੰਗੂ ਸਾਹਿਬ, ਕਿ ਜਿਹੜੇ ਚਾਈਲਡ ਬੈਨੀਫਿਟਸ ਹੁੰਦੇ ਨੇ, ਹੁਣ ਕਈ ਲੋਕਾਂ ਨੇ ਅਪਲਾਈ ਕਰਨੇ ਹੁੰਦੇ ਨੇ, ਕਈ ਲੋਕਾਂ ਨੂੰ ਨਹੀਂ ਪ੍ਰੋਸੈਸ ਪਤਾ ਹੁੰਦਾ, ਤਾਂ ਚਾਈਲਡ ਬੈਨੀਫਿਟ ਜਿਹੜਾ ਹੈਗਾ ਅਪਲਾਈ ਕਰਨ ਦੇ ਲਈ ਇੱਕ ਜਿਹੜਾ ਹੈਗਾ ਉਹਦੀ ਕੋਈ ਐਲੀਜੀਬਿਲਿਟੀ ਕ੍ਰਾਈਟੇਰੀਆ ਹੁੰਦਾ ਹੈ ਜਾਂ ਫਿਰ ਉਹ ਕੁਝ ਹੁੰਦਾ ਹੈ ਕਿ ਵੀ ਉਹ ਕਿੱਦਾਂ ਅਪਲਾਈ ਕਰਨਾ, ਕੀ ਉਹ ਸਰਵਿਸਿਜ਼ ਹੁੰਦੀਆਂ ਨੇ, ਉਹ ਚਾਈਲਡ ਬੈਨੀਫਿਟਸ ਦੇ ਉੱਤੇ ਥੋੜਾ ਜਿਹਾ ਚਾਨਣਾ ਪਾ ਸਕਦੇ ਹੋ? ਜੀ ਜੀ ਹਾਂਜੀ, ਬੜਾ ਥੈਂਕ ਯੂ ਫॉर दैट। ਤੁਸੀਂ ਬਹੁਤ ਇੰਪੋਰਟੈਂਟ ਕੁਐਸਚਨ ਪੁੱਛਿਆ ਜੀ। ਮੈਂ ਡੈਫੀਨਿਟਲੀ ਇਹਨੂੰ Right। ਅਵੇਅਰ ਕਰਨਾ ਚਾਹੁੰਦਾ ਆਪਣੇ ਜੀ। ਜਦੋਂ ਨਿਊ ਇਮੀਗ੍ਰੈਂਟਸ ਹੁੰਦੇ ਨੇ ਜੀ। ਐਕਚੁਅਲੀ ਜੇਕਰ ਤਾਂ ਉਹ ਪਰਮਨੈਂਟ ਰੈਜ਼ੀਡੈਂਸ ਹੁੰਦੇ ਨੇ ਫਿਰ ਜੀ। ਉਹ ਰਾਈਟ ਵੀ ਐਲੀਜੀਬਲ ਹੈਗੇ ਚਾਈਲਡ ਬੈਨੀਫਿਟਸ ਵਾਸਤੇ ਜੀ। ਪਰ ਕੁਛ ਆਪਣੇ ਜਿੱਦਾਂ ਲੋਕ ਨੇ ਲੰਮਾਈਆਂ ਤੇ ਆਉਂਦੇ ਨੇ, ਵਰਕ ਪਰਮਿਟ ਤੇ ਆਉਂਦੇ ਨੇ ਜੀ। ਤੇ ਟੈਕਨੀਕਲੀ ਜਿਹੜੇ ਉਹ ਹੈਗੇ ਨੇ 1.5 ਸਾਲ ਦੇ ਬਾਅਦ ਐਲੀਜੀਬਲ ਹੁੰਦੇ ਨੇ ਇਸ ਬੈਨੀਫਿਟਸ ਵਾਸਤੇ। ਰਾਈਟ। ਸੋ ਉਹਦੇ ਵਿੱਚ ਮੇਰੇ ਤੋਂ ਨਵੇਂ ਕਲਾਇੰਟਸ ਆਉਂਦੇ ਨੇ, ਇਟਸ ਪਲੇਜ਼ਰ ਟੂ ਹੈਲਪ ਦੈਮ। ਜੀ। ਸੋ ਉਹਨਾਂ ਦੇ ਮੈਂ ਫਾਰਮਸ ਵੀ ਭਰਨ ਦੇ ਵਿੱਚ ਹੈਲਪ ਕਰਦਾ ਹਾਂ, ਸਾਨੂੰ ਵੀ ਚਲੋ ਨਵੀਆਂ ਚੀਜ਼ਾਂ ਲਰਨ ਕਰਨ ਦਾ ਮੌਕਾ ਮਿਲਦਾ ਜੀ। ਉਹਦੇ ਵਿੱਚ ਮਤਲਬ ਕਿ ਉਹਨਾਂ ਦੀ 2 ਸਾਲ ਦੀ ਜਿਹੜੀ ਪੁਰਾਣੀ ਇਨਕਮ ਪੁੱਛੀ ਜਾਂਦੀ ਹੈ ਕਿ ਜੇਕਰ ਉਹ ਸਪੋਜ਼ ਕਰੋ 19 ਦੇ ਵਿੱਚ ਐਂਟਰ ਹੋਏ ਨੇ ਜੀ, ਵਰਕ ਪਰਮਿਟ ਉਹਨਾਂ ਨੇ ਲਿਆ ਹੈਗਾ ਜੀ, ਤਾਂ ਉਹਨਾਂ ਦੀ 18 ਤੇ 17 ਦੀ ਇਨਕਮ ਜਿਹੜੀ ਉਹ ਤੁਹਾਨੂੰ ਵਰਲਡ ਇਨਕਮ ਡਿਸਕਲੋਜ਼ ਕਰਨੀ ਪੈਂਦੀ ਹੈ ਜੀ। ਸੋ ਉਹ ਬਹੁਤ ਜ਼ਰੂਰੀ ਹੁੰਦੀ ਹੈ, ਉਹਦੇ ਵਿੱਚ ਵੀ ਤੁਹਾਡੀ ਕੀ ਇਨਕਮ ਰਹੀ ਹੈਗੀ ਆ ਜੀ। ਤੇ ਉਸ ਤੋਂ ਬਾਅਦ ਦੀਆਂ ਕੁਝ ਰਿਕੁਆਇਰਮੈਂਟਸ ਹੁੰਦੀਆਂ ਨੇ ਕਿ ਤੁਹਾਨੂੰ ਪ੍ਰੂਫ ਆਫ ਤੁਹਾਡਾ ਰੈਸੀਡੈਂਸ ਮੰਗਦੇ ਨੇ ਕਿ ਤੁਸੀਂ ਇੱਥੇ ਰਹਿ ਰਹੇ ਹੋ ਇਸ ਕੰਟਰੀ ਦੇ ਵਿੱਚ। ਸੋ ਬੇਸਿਕਲੀ ਤੁਹਾਨੂੰ ਉਹ ਫਾਰਮਸ ਜਿਹੜੇ ਉਹਨਾਂ ਨੂੰ ਦੇਣੇ ਪੈਂਦੇ ਨੇ। ਔਰ ਸੈਕਿੰਡ ਅਨਦਰ ਥਿੰਗ ਹੈ ਕਿ ਕੁਝ ਲੋਕ ਲਾਈਕ 1.5 ਸਾਲ ਬਾਅਦ ਜਦੋਂ ਬੈਨੀਫਿਟਸ ਲੈਣੇ ਹੁੰਦੇ ਨੇ ਸਮ ਟਾਈਮ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਟੈਕਸ ਰਿਟਰਨ ਭਰਨੀ ਜ਼ਰੂਰੀ ਹੁੰਦੀ ਹੈ ਜੀ। ਸੋ ਉਹ ਟੈਕਸ ਰਿਟਰਨ ਦੀ ਬੇਸ ਦੀ ਇਨਕਮ ਦੇ ਉੱਤੇ ਹੀ ਉਹਨਾਂ ਨੂੰ ਜਿਹੜੇ ਉਹ ਚਾਈਲਡ ਬੈਨੀਫਿਟ ਡਿਸਾਈਡ ਹੁੰਦੇ ਨੇ ਫੈਮਿਲੀ ਇਨਕਮ ਤੇ ਕਿ ਇਹਨਾਂ ਦੀ ਨੈਟ ਫੈਮਿਲੀ ਇਨਕਮ ਕਿੰਨੀ ਹੈਗੀ ਆ। ਜੀ। ਸੋ ਉਹਦੇ ਵਿੱਚ ਅਗੇਨ ਜਿਹੜੀ ਟੈਕਸ ਰਿਟਰਨ ਹੈ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਜੀ ਬਿਲਕੁਲ। ਤਾਂ ਦੋਸਤੋ, ਟੈਕਸ ਰਿਟਰਨ ਜਿਹੜੀ ਹੈਗੀ ਹੈ ਬਹੁਤ ਵੱਡਾ ਰੋਲ ਪਲੇ ਕਰਦੀ ਹੈ। ਅਗਰ ਤੁਸੀਂ ਟੈਕਸ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛਣਾ ਚਾਹੁੰਦੇ ਆ, ਸਾਡੇ ਨਾਲ ਅਕਾਊਂਟੈਂਟ ਨਰਿੰਦਰ ਕੁਮਾਰ ਜੀ ਜੁੜੇ ਹੋਏ ਨੇ, ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਡਿਟੇਲ ਦੇ ਨਾਲ। ਤੁਹਾਡੇ ਕੋਲ ਮਨ ਦੇ ਵਿੱਚ ਕੋਈ ਸਵਾਲ ਹੈਗਾ ਜ਼ਰੂਰ ਤੁਸੀਂ ਸਾਨੂੰ ਕੁਐਸਚਨ ਭੇਜ ਸਕਦੇ ਹੋ। ਕੋਵਿਡ-19 ਦੀ ਗੱਲ ਕਰੀਏ, ਕਿਉਂਕਿ ਹਰ ਇੱਕ ਜਗ੍ਹਾ ਕੋਵਿਡ-19 ਦੀ ਗੱਲ ਹੁੰਦੀ ਹੈ, ਉਹਦੇ ਨਾਲ ਹੀ ਇਸ ਪ੍ਰੋਗਰਾਮ ਦੇ ਰਾਹੀਂ, ਇਸ ਪਲੇਟਫਾਰਮ ਦੇ ਰਾਹੀਂ ਸਾਡੀ ਸਾਰੀ ਟੀਮ ਵੱਲੋਂ, ਸਾਡੇ ਸਾਰਿਆਂ ਵੱਲੋਂ ਅਸੀਂ ਕੈਨੇਡਾ ਸਰਕਾਰ ਦਾ ਧੰਨਵਾਦ ਕਰਦੇ ਹਾਂ, ਕਿਉਂਕਿ ਉਹਨਾਂ ਨੇ ਇੱਕ ਐਡੀ ਵਧੀਆ ਮੁਹਿੰਮ ਚਲਾਈ ਸੀ ਕਿ ਹਰ ਇੱਕ ਬੰਦੇ ਨੂੰ ਘਰੇ ਬੈਠੇ ਬਿਠਾਏ ਕੁਝ ਉਹਨਾਂ ਨੇ ਜਿਹੜੇ ਹੈਗੇ ਨੇ ਪੈਸੇ ਜਿਹੜੇ ਹੈਗੇ ਨੇ ਉਹਨਾਂ ਨੇ ਦੇਣੇ ਸ਼ੁਰੂ ਕੀਤੇ। ਉਸ ਤੋਂ ਇਲਾਵਾ ਜਿਹੜੇ ਕਿਉਂਕਿ ਜਿਨ੍ਹਾਂ ਦਾ ਲੇ ਆਫ ਹੋਇਆ ਜਾਂ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਕੰਮ ਤੋਂ ਕੱਢਿਆ ਗਿਆ ਜਾਂ ਕੁਝ ਕੰਮ ਨਹੀਂ ਕਰਦੇ ਸੀਗੇ, ਉਹਨਾਂ ਨੂੰ ਕੈਨੇਡਾ ਸਰਕਾਰ ਵੱਲੋਂ ਬਹੁਤ ਜਿਹੜਾ ਕਿ ਮਾਲੀ ਸਹਾਇਤਾ ਮਿਲੀ ਹੈ, ਪੈਸੇ ਮਿਲੇ ਨੇ। ਉਹਦੇ ਉੱਤੇ ਚਰਚਾ ਕਰਦੇ ਹਾਂ। ਤੇ ਅਗਰ ਕੋਵਿਡ-19 ਦੀ ਗੱਲ ਕਰੀਏ ਤਾਂ ਕੈਨੇਡਾ ਸਰਕਾਰ ਵੱਲੋਂ ਜਿਹੜੀ ਹੈਗੀਆਂ ਨੇ ਹੈਲਪ ਦਿੱਤੀ ਗਈ ਹੈ, ਕਿਸ ਤਰ੍ਹਾਂ ਦੀ ਹੈਲਪ ਦਿੱਤੀ ਗਈ ਹੈ ਤੇ ਉਹ ਕਿਸ ਤਰ੍ਹਾਂ ਦੇ ਲੋਕਾਂ ਨੇ ਜਿਹੜਾ ਹੈਗਾ ਉਹਦਾ ਫਾਇਦਾ ਚੁੱਕਿਆ? ਇਹਦੇ ਵਿੱਚ ਜਿਹੜੀ ਆਈ ਐਪਰੀਸ਼ੀਏਟ ਕਿ ਬਹੁਤ ਧੰਨਵਾਦ ਕਰਦੇ ਹਾਂ ਕੈਨੇਡੀਅਨ ਗਵਰਨਮੈਂਟ ਦਾ ਜੀ ਕਿ ਇੱਕ ਆਪਾਂ ਵਧੀਆ ਮੁਲਕ ਦੇ ਵਿੱਚ ਹੈਗੇ ਹਨ ਬਿਲਕੁਲ, ਜਿੱਥੇ ਗਵਰਨਮੈਂਟ ਨੇ ਇੰਨਾ ਸਾਥ ਦਿੱਤਾ ਲੋਕਾਂ ਦੇ ਸਕੂਲ ਟਾਈਮ ਦੇ ਵਿੱਚ। ਰਾਈਟ। ਉਹਨਾਂ ਨੇ ਜਿਹੜਾ $2000 ਹਰ ਬੰਦੇ ਨੂੰ ਦਿੱਤਾ ਕਿ ਉਹਦੀ ਰਿਕੁਆਇਰਮੈਂਟ ਸੀ ਕਿ ਈਦਰ ਤੁਹਾਡੀ 2019 ਦੀ ਜਿਹੜੀ ਇਨਕਮ $5000 ਹੋਵੇ ਮਿਨੀਮਮ, ਜਾਂ ਲਾਸਟ 12 ਮੰਥਸ ਦੇ ਵਿੱਚ ਤੁਸੀਂ ਅਰਨ ਕੀਤੀ ਹੋਵੇ ਜੀ। ਸੋ ਬਾਅਦ ਵਿੱਚ ਇਹਨਾਂ ਨੇ ਇਹ ਵੀ ਰਿਡਕਸ਼ਨ ਕਰਕੇ ਸਿਰਫ ਉਸ ਤੋਂ ਬਾਅਦ ਇਹ ਵੀ ਚੀਜ਼ ਸ਼ੁਰੂ ਕਰਤੀ ਸੀ ਕਿ ਜੇ ਤੁਸੀਂ ਮਿਨੀਮਮ $1000 ਵੀ ਕਮਾਉਂਦੇ ਹੋ ਜੀ ਤਾਂ ਵੀ ਤੁਸੀਂ ਜਿਹੜੀ ਇਹ ਲੈਸ ਦੈਨ $1000 ਤੁਸੀਂ ਤਾਂ ਵੀ ਇਸ ਬੈਨੀਫਿਟ ਨੂੰ ਲੈ ਸਕਦੇ ਹੋ ਜੀ। ਸੋ ਇਹਦੇ ਵਿੱਚ ਆਈ ਥਿੰਕ ਵੀ ਸ਼ਾਇਦ ਕੁਝ ਲੋਕਾਂ ਨੇ ਇਹਦੇ ਵਿੱਚ ਡੈਫੀਨਿਟਲੀ ਬੈਨੀਫਿਟ ਲੈ ਹੋਣਗੇ ਜੀ। ਤੇ ਉਹਦੇ ਸ਼ਾਇਦ ਇਹ ਕੁਝ ਨਾ ਕੁਝ ਜਿਹੜਾ ਆਡਿਟ ਪ੍ਰੋਸੀਜਰ ਇਹਦਾ ਜ਼ਰੂਰ ਸ਼ੁਰੂ ਕਰਨਗੇ ਇਹਦਾ ਸਟਾਰਟਿੰਗ ਜੀ। ਤੇ ਹੁਣ ਆਪਾਂ ਗੱਲ ਕਰੀਏ ਦੂਜੇ ਪਾਸੇ ਕਾਰਪੋਰੇਸ਼ਨ ਦੀ ਜੀ। ਇਹਦੇ ਵਿੱਚ ਇਹਨਾਂ ਨੇ ਹਰ ਬਿਜ਼ਨਸ ਨੂੰ ਜਿਨ੍ਹਾਂ ਨੇ $20,000 ਦਾ ਪੇਰੋਲ ਜਿਹੜਾ ਸੀ ਉਹ ਕੱਢਿਆ ਹੋਇਆ ਸੀ ਜੀ ਪਰ ਈਅਰ ਦਾ 2019 ਦੇ ਵਿੱਚ, ਸੋ ਇਹਨਾਂ ਨੇ $40,000 ਦਾ ਉਹਨਾਂ ਨੂੰ ਇੱਕ ਲੋਨ ਦਿੱਤਾ ਹੋਇਆ ਸੀ ਜੀ, ਜਿਹਦੇ ਵਿੱਚ ਤੁਹਾਨੂੰ $10,000 ਜਿਹੜਾ ਵੇਵ ਆਫ ਵੀ ਹੈਗਾ ਜੇ ਤੁਸੀਂ Non refundable। ਨਾਨ ਰਿਫੰਡੇਬਲ ਹੈ ਜੀ, ਜਿਹਨੂੰ ਜੀ। ਤੁਸੀਂ ਉਸ ਟਾਈਮ ਪੀਰੀਅਡ ਦੇ ਵਿੱਚ ਰਿਟਰਨ ਕਰ ਦਿੰਦੇ ਹੋ ਜੀ। ਤੇ ਥਰਡ ਇਹਨਾਂ ਨੇ ਇੱਕ ਚੀਜ਼ ਮੇਜਰ ਚੀਜ਼ ਜਿਹੜੀ ਬਹੁਤ ਬਿਜ਼ਨਸ ਦੇ ਵਿੱਚ ਜਿਹੜੀ ਅਸੀਂ ਦੇ ਹੈਲਪ ਹੋਈ ਆ ਜੀ। ਉਹ ਇਹਨਾਂ ਨੇ ਬੇਸ ਸਬਸਿਡੀ ਦੀ ਕੀਤੀ ਹੈ ਜੀ। ਜਿਹਦੇ ਵਿੱਚ ਇਹਨਾਂ ਨੇ 75% ਤੁਹਾਡੀ ਜਿਹੜੀ ਜਿੰਨਾ ਤੁਸੀਂ ਪੇਰੋਲ ਦੇ ਰਹੇ ਹੋ ਜੀ। ਉਹਦੀ ਤੁਹਾਨੂੰ ਬੇਸ ਸਬਸਿਡੀ ਇਹਨਾਂ ਨੇ ਤੁਹਾਨੂੰ ਦਿੱਤੀ ਹੋਈ ਉਸ ਦੇ ਉੱਤੇ ਜੀ। 75% ਜਿਹੜੀ ਸਬਸਿਡੀ ਇਹ ਦੇ ਰਹੇ ਜੀ ਗ੍ਰੋਸ ਪੇਰੋਲ ਦੇ ਉੱਤੇ ਜੀ। ਔਰ ਉਹ ਹੈ ਜੀ ਜੂਨ 6 ਤੱਕ ਜਿਹੜੀ ਚੱਲ ਰਹੀ ਹੈ, ਜੀ। ਮਾਰਚ 15 ਤੋਂ ਚੱਲ ਰਿਹਾ ਹੈ ਜੀ। ਤੇ ਆਈ ਹੋਪ ਕਿ ਉਹ ਸ਼ਾਇਦ ਇਸ ਨੂੰ ਹੋਰ ਐਕਸਟੈਂਡ ਕਰਨ ਬਾਰੇ ਸੋਚ ਰਹੇ ਨੇ
ਜੀ ਬਿਲਕੁਲ। ਮੈਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਜਿਹੜੀਆਂ ਇਹ ਹੈਲਪ ਹੈਗੀ ਕੈਨੇਡਾ ਗਵਰਨਮੈਂਟ ਵੱਲੋਂ ਦਿੱਤੀ ਗਈ ਆ, ਹਰ ਇੱਕ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਬੈਠਾ ਹੈਗਾ ਉਹਨਾਂ ਨੇ ਇਹਨੂੰ ਅਵੇਲ ਕਰ ਲਿਆ ਹੈਗਾ, ਜਾਂ ਕੁਝ ਲੋਕ ਰਹਿ ਗਏ ਨੇ ਜਾਂ ਉਹਨਾਂ ਨੂੰ ਕੁਝ ਲੋਕਾਂ ਨੂੰ ਨਹੀਂ ਪਤਾ। ਇਸੇ ਕਰਕੇ ਅਸੀਂ ਇਸ ਪ੍ਰੋਗਰਾਮ ਨੂੰ ਚਲਾਇਆ ਕਿ ਤੁਹਾਨੂੰ ਅਗਰ ਲੱਗਦਾ ਕਿ ਤੁਸੀਂ ਜਿਹੜੀ ਕੈਨੇਡਾ ਗਵਰਨਮੈਂਟ ਦੀ ਜਿਹੜੀ ਸਰਵਿਸਿਜ਼ ਨੇ ਤੁਹਾਨੂੰ ਹੈ ਨਾ ਟੈਕਸਿਸ ਨੂੰ ਲੈ ਕੇ ਜਾਂ ਤੁਹਾਨੂੰ ਕਿਸੇ ਨਾ ਕਿਸੇ ਹੈਲਪ ਨੂੰ ਲੈ ਕੇ ਤੁਹਾਨੂੰ ਅਵੇਅਰਨੈਸ ਨਹੀਂ ਹੈ ਜਾਂ ਤੁਹਾਨੂੰ ਨਹੀਂ ਪਤਾ ਚੱਲ ਰਿਹਾ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਨਰਿੰਦਰ ਕੁਮਾਰ ਜੀ ਤੋਂ ਜਿਹੜੀ ਹੈਗੀ ਹੈ ਮਦਦ ਲੈ ਸਕਦੇ ਹੋ। ਅਕਾਊਂਟੈਂਟ ਨੇ, ਅਕਾਊਂਟਸ ਨੂੰ ਲੈ ਕੇ ਟੈਕਸਿਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਰਵਿਸਿਜ਼ ਜਿਹੜੀਆਂ ਹੈਗੀਆਂ ਨੇ ਤੁਸੀਂ ਇਹਨਾਂ ਤੋਂ ਜਿਹੜੀਆਂ ਹੈਗੀਆਂ ਲੈ ਸਕਦੇ ਹੋ। ਤਾਂ ਨਰਿੰਦਰ ਜੀ, ਜਿਹੜਾ ਹੁਣ ਅੱਜ ਅਗਰ ਆਪਾਂ ਗੱਲ ਕਰਦੇ ਹਾਂ, ਤੁਹਾਨੂੰ ਲੱਗਦਾ ਕਿ ਹੁਣ ਜਿਹੜੇ ਖਾਸ ਕਰਕੇ ਜਿਹੜੇ ਲੋਕੀ ਨਵੇਂ ਆਉਂਦੇ ਨੇ ਜਾਂ ਸਟੂਡੈਂਟਸ ਨੇ, ਸਟੂਡੈਂਟਸ ਤੋਂ ਬਾਅਦ ਜਦੋਂ ਉਹ LMI ਤੇ ਆਉਂਦੇ ਨੇ ਜਾਂ ਨਵੇਂ ਜਿਹੜੇ ਆਉਂਦੇ ਨੇ, ਉਹਨਾਂ ਦੇ ਲਈ ਤੁਸੀਂ ਕੀ ਗਾਈਡ ਕਰਨਾ ਚਾਹੁੰਦੇ ਹੋ ਕਿ ਆਪਣਾ ਇਹ ਜਿਹੜਾ ਇੱਕ ਇੱਥੇ ਬਹੁਤ ਬੜੀ ਗੱਲ ਹੁੰਦੀ ਹੈ ਕਿ ਕ੍ਰੈਡਿਟ ਸਕੋਰ ਦੀ ਗੱਲ ਕਰਦੇ ਆ ਵੀ ਕ੍ਰੈਡਿਟ ਸਕੋਰ ਨੂੰ ਮੇਨਟੇਨ ਰੱਖੋ ਜੀ। ਕ੍ਰੈਡਿਟ ਸਕੋਰ ਹੈ ਕੀ ਚੀਜ਼? ਕ੍ਰੈਡਿਟ ਸਕੋਰ ਦੀ ਕਿੱਡੀ ਕੁ ਮਹੱਤਤਾ ਹੈਗੀ ਆ? ਆਈ ਥਿੰਕ ਜੀ ਇੱਕ ਤਰ੍ਹਾਂ ਦਾ ਲਾਈਫ ਬਲੱਡ ਹੈਗਾ ਬਿਜ਼ਨਸ ਵਾਸਤੇ, ਕ੍ਰੈਡਿਟ ਸਕੋਰ ਹੈ ਜੀ। ਤੇ ਜੇਕਰ ਤੁਸੀਂ ਹੁਣ ਬਿਜ਼ਨਸ ਹੈ, ਕਿਸੇ ਦਾ ਬਿਜ਼ਨਸ, ਉਹਨੂੰ ਬਿਜ਼ਨਸ ਦੇ ਵਿੱਚ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਿਉਂਕਿ ਜਿਸ ਦੇ ਵਿੱਚ ਮੋਸਟਲੀ ਕੈਸ਼ ਫਲੋ ਦੀ ਪ੍ਰੋਬਲਮ ਹੁੰਦੀ ਆ ਬਿਜ਼ਨਸਿਸ ਨੂੰ ਜੀ, ਤਾਂ ਉਹਨਾਂ ਦੇ ਵਿੱਚ ਜਦੋਂ ਸਮ ਟਾਈਮ ਬੈਂਕ ਦੇ ਕੋਲ ਜਾਂਦੇ ਨੇ ਫਾਈਨੈਂਸਿੰਗ ਵਾਸਤੇ, ਕਾਰਪੋਰੇਸ਼ਨ ਸਾਈਡ ਦੀ ਸਾਨੂੰ ਇੱਕ ਕੰਪਨੀ ਦੇ ਉੱਤੇ ਕੋਈ ਨਾ ਕੋਈ ਲਾਈਨ ਆਫ ਕ੍ਰੈਡਿਟ ਦਿੱਤੀ ਜਾਵੇ ਜਾਂ ਕੁਛ ਨਾ ਕੁਛ ਬੈਂਕ ਲੋਨ ਦਿੱਤਾ ਜਾਵੇ ਜੀ। ਫਸਟ ਥਿੰਗ ਦੇ ਆਲਵੇਜ਼ ਚੈੱਕ ਕਰਦੇ ਕਿ ਜੋ ਬੰਦੇ ਦਾ ਪਰਸਨਲ ਕ੍ਰੈਡਿਟ ਸਕੋਰ ਹੈਗਾ ਆ ਜੀ, ਉਹ ਕਿਸ ਤਰ੍ਹਾਂ ਦਾ ਹੈਗਾ ਆ, ਉਹ ਬਹੁਤ ਇੰਪੈਕਟ ਕਰਦਾ ਹੈਗਾ ਉਸ ਚੀਜ਼ ਦੇ ਉੱਤੇ ਜੀ। ਸੋ ਸਮ ਟਾਈਮ ਵੀ ਕਲਾਇੰਟਸ ਆਪਾਂ ਲੋਕ ਕੁਛ ਕਈ ਵਾਰ ਅਵੇਅਰ ਨਹੀਂ ਹੁੰਦੇ ਤੇ ਲਾਈਕ ਵੀ ਕਈ ਵਾਰ ਇਦਾਂ ਦੇ ਕੇਸਿਸ ਵੀ ਦੇਖੇ ਨੇ ਕਿ ਕਿਸੇ ਦੇ ਬੈਂਕ ਚਾਰਜਿਸ ਲੱਗ ਜਾਂਦੇ ਆ, ਪਤਾ ਨਹੀਂ ਲੱਗਦਾ, ਉਹ ਆਪਾਂ ਸੋਚਦੇ ਵੀ ਆਪਣਾ ਅਕਾਊਂਟ ਬੰਦ ਹੋ ਗਿਆ ਹੈਗਾ ਜੀ ਜੀ ਜੀ, ਉਹ $2 ਹੀ ਸ਼ਾਇਦ ਕਈ ਵਾਰ ਚਾਰਜਿਸ ਹੁੰਦੇ, ਪਰ ਉਹ ਤੁਹਾਡੇ ਕਈ ਵਾਰੀ ਰੈਕਟ ਦੇ ਵਿੱਚ ਪਾ ਦਿੰਦੇ ਨੇ ਜੀ। ਉਹ ਫਿਰ ਤੁਹਾਡੇ ਕ੍ਰੈਡਿਟ ਸਕੋਰ ਨੂੰ ਜਿਹੜਾ ਬਹੁਤ ਖਰਾਬ ਕਰ ਦਿੰਦਾ ਜੀ ਜੀ। ਸੋ ਸਮ ਟਾਈਮ ਉਹ ਲੋਨ ਲੈਣ ਦੇ ਵਿੱਚ ਕਾਫੀ ਜਿਹੜੀ ਆ ਉਹ ਪ੍ਰੋਬਲਮਸ ਹੁੰਦੀਆਂ ਹੈਗੀਆਂ ਨੇ। ਜੀ ਜੀ ਬਿਲਕੁਲ। ਮਤਲਬ ਕਿ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ ਜ਼ਰੂਰੀ ਹੈਗਾ। ਹਾਂਜੀ ਬਹੁਤ ਜੀ। ਤੁਹਾਡੀ ਕੋਈ ਸਪੋਜ਼ ਕਰੋ ਤਾਂ ਤੁਸੀਂ ਕੋਈ ਟਰੱਕਿੰਗ ਕਾਰਪੋਰੇਸ਼ਨ ਓਨ ਕਰਦੇ ਹੋ, ਤੁਹਾਨੂੰ ਉਹਦੇ 'ਚ ਖਿਆਲ ਰੱਖਣਾ ਪੈਣਾ ਕਿ ਤੁਹਾਡੇ ਟਰੱਕ ਦੀਆਂ ਜਿਹੜੀਆਂ ਪੇਮੈਂਟਾਂ ਨੇ ਉਹ ਜ਼ਿਆਦਾ ਮਿਸ ਨਾ ਹੋਣ ਜੀ। ਜਾਂ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਉਹਨੂੰ ਪੂਰਾ ਨਹੀਂ ਕਰ ਪਾ ਸਕਦੇ ਉਸ ਕਮਿਟਮੈਂਟ ਨੂੰ, ਤੇ ਤੁਸੀਂ ਹੈਡ ਆਫ ਟਾਈਮ ਜਿਹੜੀ ਉਸ ਲੀਜ਼ਿੰਗ ਕੰਪਨੀਜ਼ ਨੂੰ ਜਿਹੜੀਆਂ ਹੈਗੀਆਂ ਤੁਸੀਂ ਉਸ ਚੀਜ਼ ਬਾਰੇ ਨੋਟੀਫਾਈ ਕਰੋ ਜੀ ਕਿ ਸਾਡੀ ਪੇਮੈਂਟ ਜਿਹੜੀ ਆ ਉਹ ਡਿਫਰ ਕਰ ਦਿੱਤੀ ਜਾਵੇ ਜੀ ਡਿਊ ਟੂ ਸਮ ਰੀਜ਼ਨ ਜੀ। ਪਰ ਜਦੋਂ ਆਪਣੀਆਂ ਕਦੇ ਪੇਮੈਂਟਾਂ ਮਿਸ ਹੁੰਦੀਆਂ ਨੇ ਤਾਂ ਆਪਣੇ ਰੈਕਡ ਦੇ ਵਿੱਚ ਫਿਰ ਉੱਪਰ ਆ ਜਾਂਦੀਆਂ ਨੇ ਜੀ ਬਿਲਕੁਲ। ਡੈਫੀਨਿਟਲੀ ਫਾਈਨੈਂਸਿੰਗ ਦੇ ਵਿੱਚ ਜਿਹੜੀ ਪ੍ਰੋਬਲਮ ਹੁੰਦੀ ਹੈ। ਰਾਈਟ। ਬਹੁਤ ਬਹੁਤ ਧੰਨਵਾਦ ਨਰਿੰਦਰ ਜੀ, ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਦਿੱਤਾ। ਦੋਸਤੋ, ਤੁਹਾਨੂੰ ਵੀ ਕੋਈ ਅਕਾਊਂਟਿੰਗ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ, ਟੈਕਸਸ ਦੇ ਪ੍ਰਤੀ ਕੋਈ ਸੇਵਾਵਾਂ ਲੈਣਾ ਚਾਹੁੰਦੇ ਹੋ, ਤੁਸੀਂ ਨਰਿੰਦਰ ਕੁਮਾਰ ਜੀ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਆ ਕੇ ਮਿਲ ਸਕਦੇ ਹੋ। ਆਪਣਾ ਕੋਈ ਸਵਾਲ ਹੈਗਾ ਤੁਸੀਂ ਸਾਨੂੰ ਜ਼ਰੂਰ ਨੀਚੇ ਕਮੈਂਟ ਕਰ ਸਕਦੇ ਹੋ। ਤੁਹਾਨੂੰ ਨਰਿੰਦਰ ਕੁਮਾਰ ਜੀ ਦਾ ਜਿਹੜਾ ਹੈਗਾ ਕੰਟੈਕਟ ਨੰਬਰ ਸਾਡੇ ਇਹਨਾਂ ਸ਼ੋਜ਼ ਦੇ ਰਾਹੀਂ ਮਿਲਦਾ ਰਹੇਗਾ। ਅਸੀਂ ਇਹਨਾਂ ਨੂੰ ਬੁਲਾਉਂਦੇ ਰਵਾਂਗੇ। ਅਲੱਗ-ਅਲੱਗ ਸਾਡੇ ਸ਼ੋਜ਼ ਨੇ, ਚਾਹੇ ਪ੍ਰਾਪਰਟੀ ਨੂੰ ਲੈ ਕੇ ਹੈਗਾ ਸਾਡਾ ਸ਼ੋਅ, ਰੀਅਲ ਐਸਟੇਟ, ਤੁਸੀਂ ਆਪਣਾ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਘਰ ਲੈਣਾ ਚਾਹੁੰਦੇ ਹੋ, ਐਡਮਿੰਟਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਘਰ ਲੈਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਲੈਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੇ ਵੀਜ਼ਾਸ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ, ਸਾਡੇ ਇਹਨਾਂ ਸ਼ੋਜ਼ ਦੇ ਨਾਲ ਤੁਸੀਂ ਬਣ ਕੇ ਜਿਹੜੀ ਜਾਣਕਾਰੀ ਲੈ ਸਕਦੇ ਹੋ। ਇੱਕ ਦਫਾ ਫੇਰ ਧੰਨਵਾਦ ਕਰਦਾ ਨਰਿੰਦਰ ਜੀ ਤੁਹਾਡਾ, ਤੇ ਦੋਸਤੋ ਤੁਹਾਡਾ ਵੀ ਧੰਨਵਾਦ ਕਰਦੇ। ਅਗਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਸਾਡੇ ਐਕਸਪਰਟਸ ਨੂੰ ਬੁਲਾਵਾਂਗੇ, ਗੱਲਾਂ ਬਾਤਾਂ ਕਰਦੇ ਰਵਾਂਗੇ। ਇਸ ਪ੍ਰੋਗਰਾਮ ਨੂੰ ਇੱਥੇ ਖਤਮ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਨੀ ਭਾਜੀ ਤੁਹਾਨੂੰ ਵੀ, ਤੇ ਇੱਕ ਵਾਰ ਫਿਰ ਆਪਣੇ ਸਾਰੇ ਸਰੋਤਿਆਂ ਨੂੰ ਥੈਂਕ ਯੂ।